ਸਬਸਕ੍ਰਾਈਬ ਕਰੋ ਸਾਡਾ ਚੈਨਲ 47 ਨਾਮਾ ਤੇ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਘੰਟੀ ਦਾ ਬਟਨ ਜ਼ਰੂਰ ਦਬਾਓ। ਤੇ ਉਹ ਜਿਸ ਵੇਲੇ ਉੱਥੇ ਪਹੁੰਚੇ ਤੇ ਉਹਨਾਂ ਐਲਾਨ ਕੀਤਾ ਕਿ ਐਲਾਨ ਕਰ ਦਿੱਤਾ ਜਾਏ ਕਿ ਚੌਧਰੀ ਸ਼ਕੁਰਲਾ ਖਾਨ ਸਾਹਿਬ ਡਸਕੇ ਵਾਲੇ ਚੌਧਰੀ ਆ ਗਏ ਨੇ ਔਰ ਉਹ ਕਹਿੰਦੇ ਨੇ ਕਿ ਸੰਤ ਸਿੰਘ ਵੱਲ ਕੋਈ ਬੰਦਾ ਨਾ ਵਧੇ। ਤੇ ਇਹਨਾਂ ਨੇ ਫਿਰ ਸਰਦਾਰ ਸੰਤ ਸਿੰਘ ਸਾਹਿਬ ਨੂੰ ਜਿੱਥੇ ਉਹਨਾਂ ਘੇਰਾ ਪਾਇਆ ਹੋਇਆ ਸੀ ਉੱਥੋਂ ਸੈਂਕੜੇ ਜਾਂ ਹਜ਼ਾਰਾਂ ਲੋਕਾਂ ਦੀ ਮੌਜੂਦਗੀ ਵਿੱਚ ਜਿਹੜਾ ਬੜਾ ਚਾਰਜਡ ਕਰਾਊਡ ਸੀ, ਬੜਾ ਚਾਰਜ ਹੋਇਆ ਸੀ, ਉਹਨਾਂ ਦੇ ਵਿੱਚੋਂ ਉੱਥੋਂ ਉਹਨਾਂ ਨੂੰ ਕੱਢਿਆ ਸੀ ਉਹ ਬਹਿਫਾਜ਼ਤ ਆਪਣੇ ਨਾਲ ਬਾ ਕੇ ਡਸਕੇ ਲੈ ਕੇ ਆਏ ਸੀ। ਤੇ ਉਹ ਰੋਜ਼ ਢੋਲ ਦੇ ਉੱਤੇ ਐਲਾਨ ਕਰਵਾਉਂਦੇ ਸਨ ਡਸਕੇ ਵਿੱਚ ਕਿ ਅਗਰ ਕਿਸੇ ਵੀ ਹਿੰਦੂ ਔਰ ਸਿੱਖ ਨੂੰ ਨੁਕਸਾਨ ਪਹੁੰਚਾਇਆ ਗਿਆ ਤੇ ਉਹ ਜ਼ਿੰਮੇਦਾਰ ਹੋਏਗਾ ਔਰ ਚੌਧਰੀ ਸ਼ਕੁਰਲਾ ਖਾਨ ਉਸ ਬੰਦੇ ਕੋਲੋਂ ਹਿਸਾਬ ਲਏਗਾ। ਸਰਦਾਰ ਅਮਰ ਸਿੰਘ ਦੇ ਹੱਥ ਦੇ ਦਿੱਤੇ ਹੋਏ ਚੀਜ਼ਾਂ ਦੇ ਉੱਤੇ ਅਦਾਲਤਾਂ ਦੇ ਵਿੱਚ ਟਿਕਰੀਆਂ ਹੋਈਆਂ ਨੇ ਔਰ ਮੈਨੂੰ ਕਿਸੇ ਬੰਦੇ ਦੱਸਿਆ ਪਿਛਲੇ ਦਿਨੋਂ, ਮੈਨੂੰ ਖੁਦ ਨਹੀਂ ਦੱਸਿਆ, ਕਿ ਅੱਜ ਤੋਂ 3-4 ਸਾਲ ਪਹਿਲਾਂ ਵੀ ਅਦਾਲਤ ਵਿੱਚ ਸਰਦਾਰ ਅਮਰ ਸਿੰਘ ਦੇ ਕਾਗਜ਼ ਦੇ ਟੋਟੇ ਦੇ ਦਿੱਤੀ ਹੋਈ ਚਿੱਠੀ ਦੀ ਡਿਗਰੀ ਦਿੱਤੀ ਹੈ। ਲੇਕਿਨ ਹੁਣ ਅਗਰ ਤੁਸੀਂ ਡਸਕਾ ਆਓ ਤੇ ਸਿਤਮ ਜ਼ਰੀਫੀ ਹੈ ਵੇ ਕਿ ਸ਼ਾਇਦ ਤੁਹਾਨੂੰ ਸਰਦਾਰ ਅਮਰ ਸਿੰਘ ਨੂੰ ਜਾਣਨ ਵਾਲੇ ਲੋਕ ਨਾ ਮਿਲਣ। ਕਿਉਂ? ਕਿ ਉਹ ਸਿੱਖ ਸਨ, ਕਿਉਂਕਿ ਉਹ ਸਿੱਖ ਸਨ। ਹਸਪਤਾਲ ਜਿਹੜਾ ਹੈ, ਹਸਪਤਾਲ ਵਿੱਚ ਉਹਦੇ ਵਿੱਚ ਸਾਡਾ ਵੀ ਕਸੂਰ ਹੈ, ਸਾਡੀ ਕੌਮ ਦਾ, ਕਿ ਉਸ ਹਸਪਤਾਲ ਨੂੰ ਸਰਦਾਰ ਅਮਰ ਸਿੰਘ ਦੇ ਨਾਮ ਦੇ ਨਾਲ ਵਕਫ ਹੋਣਾ ਚਾਹੀਦਾ ਸੀ। ਗਵਰਨਮੈਂਟ ਸਰਦਾਰ ਅਮਰ ਸਿੰਘ ਹਸਪਤਾਲ ਹੋਣਾ ਚਾਹੀਦਾ ਸੀ ਉਹਦਾ ਨਾਮ, ਉਸ ਬੰਦੇ ਨੂੰ ਸਲਾਮ ਦੇਣ ਵਾਸਤੇ। चौधरी साहब को जब ये पता लगा तो चौधरी साहब सख्त तबीयत के मालिक थे और बहादुर शख्सियत थी। आंसू कभी उनकी आंख में ना आए थे, लेकिन खुदा गवाह है मैंने चौधरी साहब की आंखों में पहले खतरी की मौत पर आंसू देखे हैं और उन्हें याद करते हैं। आज भी उनके लिए दुआएं करते हैं। खुदा उनसे राजी हो और जरूर होगा, वो हमारी हिफाजत करने वाले थे। ਡਸਕਾ ਸਾਈਆਂ ਦਾ ਪਿੰਡ ਹੈ ਜੀ, ਸ਼ੁਰੂ ਤੋਂ ਕਸਬਾ ਹੈ। ਜ਼ਿਲ੍ਹੇ ਸਿਆਲਕੋਟ ਵਿੱਚ, ਸਿਆਲਕੋਟ ਤੋਂ ਬਾਅਦ ਦੂਸਰਾ ਵੱਡਾ ਸ਼ਹਿਰ ਹੈ ਹੀ ਸੀ। ਇਹਦੇ ਨਾਲ ਦੂਜੇ ਸ਼ਹਿਰ ਛੋਟੇ ਸਨ, ਕਸਬੇ ਛੋਟੇ ਸਨ ਔਰ ਡਸਕਾ ਸ਼ੁਰੂ ਤੋਂ ਬੜਾ ਅਹਿਮ ਮੁਕਾਮ ਸਮਝਿਆ ਜਾਂਦਾ ਸੀ। ਡਸਕੇ ਅਸਲ 'ਚ ਡਸਕਾ ਇੱਕੋ ਡਸਕਾ ਸੀ, ਪੁਰਾਣਾ ਡਸਕਾ। ਬਾਅਦ ਵਿੱਚ ਇੱਕ ਉਹਦੇ ਵਿੱਚੋਂ ਨਿਕਲ ਕੇ ਨਵਾਂ ਡਸਕਾ ਹੋਇਆ ਪਿਆ। ਸਾਡੇ ਨਵੇਂ ਡਸਕੇ ਮਾਲਕਾਂ ਵਿੱਚੋਂ ਸਰਦਾਰ ਸਾਹਿਬ ਸਰਦਾਰ ਅਮਰ ਸਿੰਘ ਜ਼ੈਲਦਾਰ ਸਾਹਿਬ ਕੱਲੇ ਵਾਹਿਦ ਮਾਲਕ ਸਨ ਡਸਕੇ ਵਿੱਚ, ਨਵੇਂ ਡਸਕੇ ਵਿੱਚ। ਨਵੇਂ ਡਸਕੇ ਵਿੱਚ ਡਸਕੇ ਦੇ 3 ਸਰਦਾਰਾਂ ਚੋਂ ਇੱਕ ਸਰਦਾਰ ਸਨ। ਇੱਕ ਸਰਦਾਰ ਸਨ ਚੌਧਰੀ ਸ਼ਕਰੁੱਲਾ ਖਾਨ, ਇੱਕ ਸਰਦਾਰ ਸਨ ਸਰਦਾਰ ਸ਼ਿਵਦੇਵ ਸਿੰਘ ਮੋਰਾਂ ਵਾਲੀ ਕੋਠੀ ਵਾਲੇ, ਇੱਕ ਸਰਦਾਰ ਸਨ ਸਰਦਾਰ ਅਮਰ ਸਿੰਘ ਸਾਹਿਬ ਜ਼ੈਲਦਾਰ ਨਵੇਂ ਡਸਕੇ ਵਾਲੇ। ਹੁਣ ਸਰਦਾਰ ਅਮਰ ਸਿੰਘ ਜ਼ੈਲਦਾਰ ਸਾਹਿਬ ਦੀ ਪਹਿਲਾਂ ਗੱਲ ਕਰ ਲੈਂਦੇ ਆ। ਸਰਦਾਰ ਸਾਹਿਬ ਸਰਦਾਰ ਅਮਰ ਸਿੰਘ ਜ਼ੈਲਦਾਰ ਸਾਹਿਬ ਨਵੇਂ ਡਸਕੇ ਦੇ ਜ਼ੈਲਦਾਰ ਸਨ। ਪਹਿਲਾਂ ਜ਼ੈਲ ਇੱਕ ਹੁੰਦੀ ਸੀ ਡਸਕੇ ਦੋਵਾਂ ਦੀ, ਬਾਅਦ 'ਚ 2 ਜ਼ੈਲਾਂ ਬਣ ਗਈਆਂ ਸਨ, ਨਵੇਂ ਡਸਕਾ ਔਰ ਪੁਰਾਣਾ ਡਸਕਾ। ਪੁਰਾਣੇ ਡਸਕੇ ਦੇ ਜ਼ੈਲਦਾਰ ਸਰਦਾਰ ਤਾਰਾ ਸਿੰਘ ਸਾਹਿਬ ਜ਼ੈਲਦਾਰ ਸਨ ਔਰ ਨਵੇਂ ਡਸਕੇ ਦੇ ਸਰਦਾਰ ਅਮਰ ਸਿੰਘ ਸਾਹਿਬ ਜ਼ੈਲਦਾਰ ਸਨ। ਸਰਦਾਰ ਅਮਰ ਸਿੰਘ ਸਾਹਿਬ ਬੜੇ ਦਾਨੀ ਬੰਦੇ ਸਨ, ਬੜੇ ਖੁੱਲੇ ਦਿਲ ਦੇ ਬੰਦੇ ਸਨ, ਬੜੇ ਖੁੱਲੀ ਤਬੀਅਤ ਦੇ ਆਦਮੀ ਸਨ। ਔਰ ਮਜ਼ੇ ਦੀ ਗੱਲ ਇਹ ਵੀ ਦੱਸਾਂਗਾ, ਚਲੋ ਬਾਅਦ ਚ। ਸਰਦਾਰ ਸਾਹਿਬ ਦੇ ਵਾਲਿਦ ਦਾ ਨਾਮ ਸੀ ਸੂਬੇਦਾਰ ਮੇਜਰ ਸਰਦਾਰ ਬਹਾਦਰ ਸਰਦਾਰ ਲੱਖਾ ਸਿੰਘ। ਉਹ ਸਫੈਦ ਪੋਸ਼ ਸਨ, ਪੁੱਤਰ ਜ਼ੈਲਦਾਰ ਸੀ ਤੇ ਪਿਓ ਸਫੈਦ ਪੋਸ਼ ਸੀ। ਤੇ ਉਹ ਡਸਕੇ ਦੇ ਚੇਅਰਮੈਨ ਹੁੰਦੇ ਸਨ। ਉਦੋਂ ਉਹ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਆਪਣੇ ਪੜਦਾਦਾ ਜੀ ਦੇ ਮੁਤਲਕ, ਉਦੋਂ ਚੇਅਰਮੈਨ ਨੂੰ ਵਾਈਸ ਪ੍ਰੈਜ਼ੀਡੈਂਟ ਆਉਂਦੇ ਸਨ, ਕਿਉਂਕਿ ਪ੍ਰੈਜ਼ੀਡੈਂਟ ਹੁੰਦਾ ਸੀ ਅੰਗਰੇਜ਼ ਡਿਪਟੀ ਕਮਿਸ਼ਨਰ। ਸਾਰਿਆਂ ਵਿੱਚ, ਕਮੇਟੀਆਂ ਵਿੱਚ ਵੀ, ਮਿਊਨਿਸਪੈਲਿਟੀ ਵਿੱਚ ਵੀ ਤੇ ਡਿਸਟ੍ਰਿਕਟ ਕੌਂਸਲ ਵਿੱਚ ਵੀ ਪ੍ਰੈਜ਼ੀਡੈਂਟ ਦਾ ਉਹਦੇ ਕੋਲ ਹੀ ਹੁੰਦਾ ਸੀ, ਵਾਈਸ ਪ੍ਰੈਜ਼ੀਡੈਂਟ ਹੁੰਦੇ ਸਨ। ਤੇ ਸਰਦਾਰ ਬਹਾਦਰ ਸਰਦਾਰ ਲੱਖਾ ਸਿੰਘ ਸਾਹਿਬ ਨੂੰ ਸਰਦਾਰ ਬਹਾਦਰ ਦਾ ਖਿਤਾਬ ਸੀ, ਜਿਸ ਤਰ੍ਹਾਂ ਮੁਸਲਮਾਨਾਂ ਨੂੰ ਖਾਨ ਬਹਾਦਰ ਦਾ ਮਿਲਦਾ ਹੈ, ਹਿੰਦੂਆਂ ਨੂੰ ਰਾਏ ਬਹਾਦਰ ਦਾ ਮਿਲਦਾ ਹੈ, ਕ੍ਰਿਸਚਨਸ ਨੂੰ ਔਰ ਦੂਸਰਿਆਂ ਨੂੰ ਦੀਵਾਨ ਬਹਾਦਰ ਦਾ ਮਿਲਦਾ ਸੀ।
ਤੇ ਇਸ ਤਰ੍ਹਾਂ ਸਿੱਖਾਂ ਨੂੰ ਸਰਦਾਰ ਬਹਾਦਰ ਦਾ ਮਿਲਦਾ ਸੀ। ਆਲਦੋ ਅਗਰ ਤਫਸੀਲ ਵਿੱਚ ਜਾਓਗੇ ਤੇ ਕੁਝ ਮੁਸਲਮਾਨਾਂ ਨੂੰ ਪਹਿਲਾਂ ਸਰਦਾਰ ਬਹਾਦਰ ਦਾ ਮਿਲਿਆ ਸੀ, ਲੇਕਿਨ ਉਹ ਪੁਰਾਣੀ ਗੱਲ ਹੋ ਜਾਏਗੀ। ਉਹ ਆਖਰੀ ਦੌਰ ਵਿੱਚ, ਅੰਗਰੇਜ਼ ਦੌਰ ਵਿੱਚ ਜ਼ਿਆਦਾ ਸਿੱਖਾਂ ਨੂੰ ਸਰਦਾਰ ਬਹਾਦਰ ਦਾ ਮਿਲਦਾ ਸੀ, ਖਾਨ ਬਹਾਦਰ ਦੇ ਬਰਾਬਰ ਦਾ ਟਾਈਟਲ ਸੀ। ਸਰਦਾਰ ਲੱਖਾ ਸਿੰਘ ਸਾਹਿਬ ਦੇ ਵਾਲਿਦ ਦਾ ਨਾਂ ਸੀ ਸਰਦਾਰ ਰਣਜੀਤ ਸਿੰਘ। ਸਰਦਾਰ ਦਿਲਜੀਤ ਸਿੰਘ ਸਾਹਿਬ ਨੂੰ ਤੁਸੀਂ ਇੰਡੀਆ ਮਿਲੇ ਹੋ, ਉਹਨਾਂ ਦੇ ਵਾਲਿਦ ਦਾ ਨਾਮ ਸਰਦਾਰ ਅਮਰ ਸਿੰਘ, ਉਹਨਾਂ ਦੇ ਵਾਲਿਦ ਦਾ ਨਾਮ ਸਰਦਾਰ ਬਹਾਦਰ ਸਰਦਾਰ ਲੱਖਾ ਸਿੰਘ, ਉਹਨਾਂ ਦੇ ਵਾਲਿਦ ਦਾ ਨਾਮ ਸਰਦਾਰ ਰਣਜੀਤ ਸਿੰਘ। ਇਹ ਮੈਨੂੰ ਇਸ ਥਾਂ ਤੱਕ ਮੈਨੂੰ ਆਉਂਦਾ ਹੈ, ਵਾਹ, ਇਸ ਥਾਂ ਤੱਕ ਮੈਨੂੰ ਆਉਂਦਾ ਹੈ। ਇਹਦੋਂ ਪਿੱਛੇ ਮੈਨੂੰ ਨਹੀਂ ਪਤਾ, ਠੀਕ ਹੈ। ਲੇਕਿਨ ਅਗਰ ਮੈਂ ਸਮਝਦਾ ਇੰਨਾ ਵੀ ਕਾਫੀ ਸੀ ਮੇਰੀ ਉਮਰ ਦੇ ਬੰਦਿਆਂ ਵਾਸਤੇ, ਜਿਨ੍ਹਾਂ ਸਰਦਾਰ ਅਮਰ ਸਿੰਘ ਜ਼ੈਲਦਾਰ ਸਾਹਿਬ ਦੇ ਜਾਇਦਾਦ ਦੇ ਮੁਤਲਕ ਤੁਹਾਨੂੰ ਉਹਨਾਂ ਦੇ ਬੇਟੇ ਸਰਦਾਰ ਦਿਲਜੀਤ ਸਿੰਘ ਸਾਹਿਬ ਨੇ ਦੱਸਿਆ, ਜਿਨ੍ਹਾਂ ਦੀ ਯਾਦਦਾਸ਼ਤ ਕਾਫੀ ਹੱਦ ਤੱਕ ਅਸਰ ਪੈ ਗਿਆ। ਉਹਨਾਂ ਨੇ ਆਖਿਆ ਬੜੀ ਜ਼ਮੀਨ ਸੀ ਸਾਡੀ, 200-250 ਕਿੱਲਾ ਜ਼ਮੀਨ ਸੀ। ਸਰਦਾਰ ਦਿਲਜੀਤ ਸਿੰਘ ਸਾਹਿਬ ਨੇ ਆਖਿਆ ਹੁਣ ਤੇ 200-250 ਕਿੱਲਾ ਵੀ ਬੜੀ ਜ਼ਮੀਨ ਸੀ ਡਸਕੇ ਵਿੱਚ, ਸ਼ਹਿਰ ਦੇ ਵਿੱਚ, ਲੇਕਿਨ ਸਰਦਾਰ ਸਾਹਿਬ ਦੀ ਜ਼ਮੀਨ ਇਸ ਤੋਂ ਬਹੁਤ ਜ਼ਿਆਦਾ ਸੀ। ਸਰਦਾਰ ਦਿਲਜੀਤ ਸਿੰਘ ਸਾਹਿਬ ਨੂੰ ਉਹਨਾਂ ਤਫਸੀਲਾਂ ਦਾ ਪਤਾ ਨਹੀਂ ਹੈ। ਉਹਦੀ ਦੋ ਵਜੂਹਾਤ ਨੇ, ਤਿੰਨ ਵਜੂਹਾਤ ਨੇ। ਇੱਕ, ਉਹ ਆਪਣੀ ਯਾਦਦਾਸ਼ਤ ਖੋ ਗਏ ਨੇ। ਦੂਸਰਾ ਹੈ ਕਿ ਉਹ 10 ਸਾਲ ਦੇ ਬੱਚੇ ਸਨ, ਉਹਨਾਂ ਨੂੰ ਇਥੋਂ ਜਾਣਾ ਪੈ ਗਿਆ। ਤੀਸਰੀ ਗੱਲ, ਇੱਥੇ ਰਹੇ ਨਹੀਂ। ਅਗਰ ਇੱਥੇ ਰਹਿੰਦੇ ਤੁਹਾਨੂੰ ਪਤਾ ਹੁੰਦਾ ਕਿ ਕਿੰਨੀ ਸੀ, ਉਹ ਉੱਥੇ ਚਲੇ ਗਏ ਔਰ ਉੱਥੇ ਹਾਲਾਤ ਸਖਤ ਹੋ ਗਏ। ਅਗਰ ਅੱਜ ਡਸਕੇ ਦੀ ਅਸੀਂ ਨਵੇਂ ਡਸਕੇ ਦੀ ਤਫਸੀਲ ਵੇਖੀਏ, ਤੁਸੀਂ ਡਸਕਾ ਵੇਖਿਆ ਨਹੀਂ, ਲੇਕਿਨ ਮੈਂ ਅਗਰ ਤੁਹਾਡਾ ਮੇਰਾ ਇੰਟਰਵਿਊ ਲੋਕ ਸੁਣਨਗੇ, ਜਿਹੜੇ ਡਸਕੇ ਦੇ ਲੋਕ ਵੀ ਕਈ ਸੁਣਨਗੇ, ਨਵਾਂ ਡਸਕਾ ਅਗਰ ਕਹਿ ਲੋ ਕਿ ਸਾਰਾ ਹੀ ਸਰਦਾਰ ਅਮਰ ਸਿੰਘ ਦਾ ਸੀ ਤੇ ਸਹੀ ਗੱਲ ਹੈ, ਇਹਦੇ ਵਿੱਚ ਕੋਈ ਦੂਸਰੀ ਰਾਏ ਨਹੀਂ। ਜਿੱਥੋਂ ਨਵਾਂ ਡਸਕਾ ਸ਼ੁਰੂ ਹੁੰਦਾ ਹੈ, ਸਦੀਕ ਬੈਰਿੰਗ ਸਟੋਰ ਤੋਂ ਜਾਂ ਪੁਰਾਣਾ ਡਾਕਟਰ ਅਫਸਲ ਦੇ ਕਲੀਨਿਕ ਤੋਂ, ਫਾਰੂਕੀਆ ਮਸਜਿਦ ਵਾਲੇ ਗਲੇ ਤੋਂ, ਉਥੋਂ ਜਿਹੜਾ ਉਹ ਵੀ ਬਣਦਾ, ਦਰਮਿਆਨ ਚ ਵੀ ਬਣਦਾ ਹੈ ਇੱਕ, ਜਿਹੜਾ ਇੱਕ ਸੱਜੇ ਪਾਸੇ ਚਲੇ ਜਾਂਦੀ ਸੀ ਪੁਰਾਣੇ ਕਮੇਟੀ ਘਰ ਚੌਕ ਨੂੰ, ਹੁਣ ਮੌਜੂਦਾ ਫਵਾਰਾ ਚੌਕ, ਔਰ ਲੈਫਟ ਸਾਈਡ ਤੇ ਟੁੱਟ ਜਾਂਦੀ ਸੀ ਕਚਹਿਰੀਆਂ ਨੂੰ। ਇਸ ਵੀ ਤੋਂ ਸਰਦਾਰ ਅਮਰ ਸਿੰਘ ਦੀ ਜਾਇਦਾਦ ਸ਼ੁਰੂ ਹੋ ਜਾਂਦੀ ਸੀ। ਇੱਥੋਂ ਟੋਟਲ ਪਸਰੂਰ ਰੋਡ ਦੇ ਦੋਵਾਂ ਪਾਸੇ, ਪਸਰੂਰ ਰੋਡ ਜਿਹੜਾ ਡਸਕੇ ਦਾ ਪਸਰੂਰ ਰੋਡ ਨਿਕਲਦਾ, ਉੱਥੋਂ ਦੋਵਾਂ ਪਾਸੇ ਸਰਦਾਰ ਅਮਰ ਸਿੰਘ ਦੀ ਜ਼ਮੀਨ ਸੀ। ਕਾਲਜ ਰੋਡ ਦੇ ਦੋਵਾਂ ਪਾਸੇ ਸਰਦਾਰ ਅਮਰ ਸਿੰਘ ਦੀ ਜ਼ਮੀਨ ਸੀ। ਸਮੜਿਆ ਰੋਡ ਸਰਦਾਰ ਅਮਰ ਸਿੰਘ ਦਾ ਸੀ। ਔਰ ਉਸ ਤੋਂ ਬਾਅਦ ਜਿਹੜਾ ਜਿੱਥੇ ਸਟੇਡੀਅਮ ਰੋਡ, ਵਜ਼ੀਰਾਬਾਦ ਰੋਡ ਹੈ, ਔਰ ਉਹਦੇ ਨਾਲ ਜਿਹੜਾ ਸਿਵਲ ਹਸਪਤਾਲ ਦੇ ਨਾਲ ਅੱਗੇ ਜਗ੍ਹਾ ਜਾਂਦਾ ਹੈ, ਜਿੱਥੇ ਯਾਹਿਆ ਗੁਲਨਵਾਜ਼ ਘੁੰਮਣ ਸਾਹਿਬ MPA ਸਾਹਿਬ ਦਾ ਘਰ ਸੀ, ਔਰ ਸੁਲਤਾਨ ਚੀਮਾ ਸਾਹਿਬ MNA ਸਾਹਿਬ ਦਾ ਘਰ ਸੀ, ਔਰ ਖਾਲਿਦ ਮਹਿਰ ਸਾਹਿਬ ਦੀ ਮਾਰਕੀਟ ਹੈ ਸਿਵਲ ਹਸਪਤਾਲ ਸਾਹਮਣੇ, ਔਰ ਮਨਜ਼ੂਰ ਅਲੀ ਸ਼ਾਹ ਸਾਹਿਬ ਬੁਖਾਰੀ ਸਾਹਿਬ ਦਾ ਘਰ ਹੈ। ਇਹ ਸਾਰਾ ਸਰਦਾਰ ਅਮਰ ਸਿੰਘ ਜ਼ੈਲਦਾਰ ਸਾਹਿਬ ਦੀ ਜਗ੍ਹਾ ਸੀ। ਅੱਜ ਅਗਰ ਇਹ ਜਗ੍ਹਾ, ਅੱਜ ਦਾਨੀ ਸਾਹਿਬ ਅਗਰ ਇਸ ਜਗ੍ਹਾ ਦੀ ਅੱਜ ਮੈਂ ਵੈਲਿਊ ਲਾਵਾਂ ਤੇ ਕਰੋੜਾਂ ਰੁਪਏ, ਖਰਬਾਂ ਰੁਪਏ, ਸਾਰੇ ਜਗ੍ਹਾ ਇਹ ਕਮਰਸ਼ੀਅਲ ਜਗ੍ਹਾ ਹੈ। ਸਰਦਾਰ ਸਾਹਿਬ ਦੀ ਸਾਰੀ ਜ਼ਮੀਨ ਡਸਕੇ ਸ਼ਹਿਰ ਦੇ ਵਿੱਚ ਸੀ, ਸ਼ਹਿਰ ਦੇ ਵਿੱਚ ਸਾਰੀ ਜ਼ਮੀਨ। ਉਦੋਂ ਬਲਕਿ ਮਜ਼ੇ ਦੀ ਗੱਲ ਸੁਣਾਣਾ, ਉਦੋਂ ਵੱਡੇ ਜ਼ਿਮੀਂਦਾਰ, ਈਵਨ ਸਾਡੇ ਵੱਡੇ ਦੂਜੇ ਵੀ ਸ਼ਹਿਰੋਂ ਜ਼ਮੀਨ ਪਾਰ ਪਵਾਉਂਦੇ ਹੁੰਦੇ ਸਨ ਤਾਂ ਕਿ ਉਜਾੜਾ ਨਾ ਪਵੇ। ਉਜਾੜਾ ਰਾਹਗੀਰ ਇਹ ਉਹ ਮੱਝਾਂ ਗਾਈਆਂ ਉੱਡਦੇ ਦੂਰ ਪਾਉਂਦੇ, ਲੇਕਿਨ ਸਰਦਾਰ ਸਾਹਿਬ ਨੂੰ ਪਤਾ ਨਹੀਂ ਕਿਉਂ ਨਵੇਂ ਡਸਕੇ ਵਿੱਚ ਸਾਰੀ, ਲੇਕਿਨ ਉਹ ਜ਼ਮੀਨ ਸਾਰੀ ਨੇ ਉੱਥੇ ਆ ਗਈ। ਸਰਦਾਰ ਅਮਰ ਸਿੰਘ ਸਾਹਿਬ ਜ਼ੈਲਦਾਰ ਦੀ, ਅੱਛਾ ਹੁਣ ਤਿੰਨਾਂ ਸਰਦਾਰਾਂ ਚੋਂ ਸਾਡੇ ਚੌਧਰੀ ਸ਼ੁਕਰੁੱਲਾ ਖਾਨ, ਸਰਦਾਰ ਸ਼ਿਵਦੇਵ ਸਿੰਘ ਔਰ ਸਰਦਾਰ ਅਮਰ ਸਿੰਘ, ਇਹਨਾਂ ਚੋਂ ਦੋ ਬੰਦੇ ਜਿਹੜੇ ਸਨ, ਚੌਧਰੀ ਸ਼ੁਕਰੁੱਲਾ ਖਾਨ ਤੇ ਸਰਦਾਰ ਸ਼ਿਵਦੇਵ ਸਿੰਘ, ਇਹ ਬੜੇ ਬੰਦੇ, ਤਿੰਨੇ ਬਹੁਤ ਆਲਾ ਸਨ, ਗ੍ਰੇਟ ਵੱਡੇ ਲੋਕ ਸਨ। ਇਹ ਦੋਵੇਂ ਜ਼ਰਾ ਕੋ ਮਜ਼ਹਬੀ ਬੰਦੇ ਸਨ, ਠੀਕ ਹੈ ਜੀ, ਨਮਾਜ਼ੀ, ਪਰਹੇਜ਼ਗਾਰ, ਮਸੀਤੇ ਜਾਣ ਵਾਲੇ, ਗੁਰਦੁਆਰੇ ਜਾਣ ਵਾਲੇ। ਜਿਹੜੇ ਸਾਡੇ ਬਾਪੂ ਅਮਰ ਸਿੰਘ ਸਨ, ਉਹ ਜ਼ਰਾ ਖੁੱਲੇ ਮਜ਼ਾਜ ਦੇ ਸਨ, ਥੋੜੇ ਸ਼ੌਕੀਨ ਵੀ ਸਨ ਬਾਪੂ ਅਮਰ ਸਿੰਘ। ਹਾਂ, ਉਹਨਾਂ ਦਾ ਜਿਹੜਾ ਘਰ ਸੀ ਪੁਰਾਣੇ, ਉਹਨਾਂ ਕੋਲ ਦੋ ਘਰ ਸਨ, ਉਹ ਠਠਿਆਰਾਂ ਵਾਲੇ ਮੁਹੱਲੇ ਹੁੰਦੇ ਸਨ, ਨਵੇਂ ਡਸਕੇ ਸੂਬੇਦਾਰ ਬਾਜ਼ਾਰ ਤੋਂ ਅੱਗੇ ਠਠਿਆਰਾਂ ਵਾਲਾ ਮਹੱਲਾ ਸੀ, ਉੱਥੇ ਉਹਨਾਂ ਦਾ ਘਰ ਸੀ। ਉਹ ਉਹਨਾਂ ਦੇ ਦੋਵੇਂ ਘਰ ਹੁਣ ਢਹਿ ਗਏ ਨੇ ਔਰ ਉੱਥੇ ਮਾਰਕੀਟਾਂ ਪੈ ਗਈਆਂ ਨੇ, ਉਹ ਮਤਲਬ ਘਰਾਂ ਦਾ ਕੋਈ ਨਿਸ਼ਾਨ ਨਹੀਂ ਰਿਹਾ। ਉਸ ਤੋਂ ਇਲਾਵਾ ਸਰਦਾਰ ਅਮਰ ਸਿੰਘ ਜ਼ੈਲਦਾਰ ਸਾਹਿਬ ਨੇ ਆਪਣਾ ਇੱਕ ਡੇਰਾ ਬਣਾਇਆ ਸੀ, ਜਿਹਨੂੰ ਕੋਠੀ ਕਹਿੰਦੇ ਸਨ। ਉਹ ਕਾਲਜ ਰੋਡ ਦੇ ਉੱਤੇ ਬਣਾਈ ਸੀ, ਜਿਹੜੀ ਕਿ ਹੁਣ ਜਿਹੜੇ ਸਾਡੇ ਚੌਧਰੀ ਸਦਾਕਤ ਅਲੀ ਸਾਹਿਬ MPA ਰਹੇ ਨੇ, ਪੰਜਾਬ ਅਸੈਂਬਲੀ ਦੇ ਮੈਂਬਰ, ਔਰ ਉਹਨਾਂ ਦਾ ਛੋਟਾ ਭਰਾ ਮੁਮਤਾਜ਼, ਸਾਡਾ ਵੀ ਛੋਟਾ ਭਾਈ ਬਜਾਏ, ਉਹ MPA ਰਿਹਾ। ਉਹਨਾਂ ਦਾ ਜਿਹੜਾ ਡੇਰਾ ਹੈ ਇਸ ਵਕਤ ਤੇ, ਇਹ ਵੀ ਸਰਦਾਰ ਅਮਰ ਸਿੰਘ ਦਾ ਡੇਰਾ ਸੀ, ਔਰ ਉੱਥੇ ਉਹਨਾਂ ਦੇ ਵਾਲਿਦ ਸਰਦਾਰ ਲੱਖਾ ਸਿੰਘ ਸਾਹਿਬ ਦੀ ਸਮਾਧਾਂ ਹੁੰਦੀਆਂ ਸਨ ਬਜ਼ੁਰਗਾਂ ਦੀਆਂ। ਉਸ ਤੋਂ ਅਗਲੇ ਪਾਸੇ ਕੋਠੀ ਪਾਈ ਸੀ ਜਿੱਥੇ ਯੂਸਫ ਚੀਮਾ ਸਾਹਿਬ ਨੇ ਇੱਕ ਸਕੂਲ ਪਾਇਆ ਸੀ ਉਹਦੇ ਨਾਲ। ਉਹ ਕੋਠੀ ਦਾਨੀ ਸਾਹਿਬ ਮੈਂ ਖੁਦ ਦੇਖੀ ਹੋਈ ਹੈ। ਉਹ ਕੋਠੀ ਮੈਨੂੰ ਇਸ ਤਰ੍ਹਾਂ ਯਾਦ ਹੈ ਕਿ ਮੈਂ ਆਪਣੇ ਅੱਬਾ ਜੀ ਨਾਲ ਜਦੋਂ ਉਹਦੇ ਸਾਹਮਣੇ ਕਾਰ ਤੇ ਜਾਣਾ ਸਾਂ
ਤੇ ਮੈਂ ਉਹ ਇੱਕ ਪੁਰਾਣੀ ਕੋਠੀ ਸੀ, ਲੇਕਿਨ ਉਹ ਕੋਠੀ ਆਪਣੇ ਵੱਲ ਖਿੱਚਦੀ ਸੀ, ਉਹਦੀ ਕੋਲ ਉਸ ਕੋਠੀ ਵਿੱਚ ਰੋਮਾਨੀਅਤ ਸੀ, ਰੋਮਾਨਵੀ ਲੱਗਦੀ ਸੀ ਉਹ ਕੋਠੀ। ਪੁਰਾਣੇ ਦਰਖਤ ਸਨ, ਉਸ ਕੋਠੀ ਦੇ ਉੱਤੇ ਹਰੇ ਰੰਗ ਦੀ ਕਾਈ ਪੈ ਗਈ ਹੋਈ ਸੀ, ਕਾਈ ਚੜ ਗਈ ਹੋਈ ਸੀ, ਉਹ ਪੁਰਾਣਾ ਰੰਗ ਸਰ, ਉਹਦੇ ਵਿੱਚ ਕਲਰਡ ਸ਼ੀਸ਼ੇ ਸਨ, ਤੇ ਉਹ ਕਿਸੇ ਵੀ ਖਾਨਦਾਨੀ ਬੰਦੇ ਨੂੰ ਖਿੱਚਦੀ ਸੀ ਆਪਣੇ ਵੱਲ। ਜਿਸ ਬੰਦੇ ਜਿਨ੍ਹਾਂ ਲੋਕਾਂ ਨੇ ਪੁਰਾਣੇ ਘਰ ਵੇਖੇ ਹੁਣ ਸਾਰਾ ਉਹ ਕੋਠੀ ਇਹਨਾਂ ਨੇ ਬਾਅਦ ਵਿੱਚ ਸਰਦਾਰ ਸਾਹਿਬ ਨੇ ਬਣਾਈ ਸੀ, ਸਰਦਾਰ ਅਮਰ ਸਿੰਘ ਸਾਹਿਬ ਨੇ। ਉਸ ਜ਼ਮਾਨੇ ਦੀ ਬੜੀ ਮਾਡਰਨ ਕੋਠੀ। ਮੈਂ ਉਹਦੇ ਸਾਹਮਣੇ ਲੰਘਣਾ ਹੁੰਦਾ ਸੀ ਤੇ ਮੈਂ ਅੱਬਾ ਜੀ ਨੂੰ ਪੁੱਛਣਾ ਕਿ ਅੱਬਾ ਜੀ ਉਰਦੂ ਸੀ ਬੋਲਦੇ ਸਨ ਜ਼ਿਆਦਾ ਉਹਨਾਂ ਨਾਲ, ਲੇਕਿਨ ਚਲੋ ਪੰਜਾਬੀ ਚ, ਕਿ ਅੱਬਾ ਜਾਨ ਕਿਹਨਾਂ ਦਾ ਘਰ ਸੀ? ਉਹਨਾਂ ਨੇ ਕਹਿਣਾ ਕਿ ਨਮੜਸਕੇ ਜ਼ੈਲਦਾਰ ਸਨ ਸਰਦਾਰ ਅਮਰ ਸਿੰਘ ਸਾਹਿਬ, ਉਹਨਾਂ ਦਾ ਡੇਰਾ ਸੀ, ਜਿਹਨੂੰ ਇਹ ਕੋਠੀ ਕਹਿੰਦੇ, ਉਹ ਬੇਸਿਕਲੀ ਡੇਰਾ ਸੀ ਲੋਕਾਂ ਨੂੰ ਮਿਲਣ ਵਾਸਤੇ ਸਾਰਾ। ਤੇ ਉਹ ਬਹੁਤ ਖੂਬਸੂਰਤ ਡੇਰਾ ਸੀ। ਅਗਰ ਡੇਰੇ ਸਾਹਮਣੇ ਵੇਖਦੇ ਮਾਡਰਨ ਡੇਰਾ, ਉਹ ਸਾਡੇ ਪੁਰਾਣੇ ਡੇਰਿਆਂ ਨਾਲੋਂ ਜ਼ਿਆਦਾ ਮਾਡਰਨ ਸੀ। ਉਹ ਬਾਅਦ ਚ ਬਣਾਇਆ ਗਿਆ ਸੀ। ਸਾਡਾ ਜਿਹੜਾ ਪੁਰਾਣਾ ਸਿਕੰਦਰ ਖਾਨ ਸਾਹਿਬ ਡੇਰਾ ਸੀ ਉਹ ਪੁਰਾਣਾ ਸੀ। ਇਹ ਇਹਨਾਂ ਨੇ ਕੁਝ ਅਰਸਾ ਪਹਿਲਾਂ ਬਣਾਇਆ ਸੀ। ਸਰਦਾਰ ਅਮਰ ਸਿੰਘ ਸਾਹਿਬ ਜ਼ੈਲਦਾਰ ਨੇ, ਜਿਹੜਾ ਇਸ ਵੇਲੇ ਲੋਕਾਂ ਨੂੰ ਪਤਾ ਨਹੀਂ ਹੈ, ਲੋਕ ਸਮਝਦੇ ਨੇ ਕਿ ਸਿਰਫ ਜਿਹੜਾ ਸਿਵਲ ਹਸਪੀਟਲ ਹੈ ਇਸ ਵੇਲੇ ਜਿਹੜਾ ਬਹੁਤ ਵੱਡਾ ਕਈ ਏਕੜਾਂ 'ਚ, ਉਹ ਇਹਨਾਂ ਦਿੱਤਾ ਸੀ ਸਰਦਾਰ ਅਮਰ ਸਿੰਘ ਜ਼ੈਲਦਾਰ ਸਾਹਿਬ ਨੇ। ਇਹ ਗੱਲ ਠੀਕ ਹੈ ਕਿ ਉਹ ਵੀ ਉਹਨਾਂ ਦਿੱਤਾ ਸੀ, ਪਰ ਉਸ ਤੋਂ ਪਹਿਲਾਂ ਇੱਕ ਛੋਟਾ ਹਸਪਤਾਲ ਸੀ ਸ਼ਹਿਰ ਦੇ ਵਿੱਚ ਸ਼ਹਿਰ ਦਰਮਿਆਨ ਸ਼ਹਿਰ ਦੇ, ਜਿੱਥੇ ਇਸ ਵੇਲੇ ਮੋਤੀ ਚੂਰ ਵਾਲੀ ਦੁਕਾਨ ਹੈ ਔਰ ਨਗੀਨਾ ਸ਼ੂਟਿੰਗ ਹੈ, ਇਹਦੇ ਪਿੱਛੇ ਇੱਕ ਪੁਰਾਣੀ ਬਿਲਡਿੰਗ ਸੀ ਔਰ ਸਰਦਾਰ ਅਮਰ ਸਿੰਘ ਸਾਹਿਬ ਨੇ ਉਹ ਹਸਪਤਾਲ ਵਾਸਤੇ ਦਿੱਤੀ ਸੀ ਉਹ ਜਗ੍ਹਾ। ਉੱਥੇ ਹਸਪਤਾਲ ਬਣਾਇਆ ਗਿਆ ਸੀ, ਲੇਕਿਨ ਉਹ ਜਗ੍ਹਾ ਫਿਰ ਕਿਹਾ ਗਿਆ ਕਿ ਛੋਟੀ ਹੋ ਗਈ ਹੈ ਤੇ ਉਹ ਵੱਡੀ ਦਿਓ ਜਗ੍ਹਾ ਹੋਰ। ਤੇ ਸਰਦਾਰ ਅਮਰ ਸਿੰਘ ਸਾਹਿਬ ਨੇ ਉਹ ਕਈ ਏਕੜ ਜ਼ਮੀਨ ਸਿਵਲ ਜਿਹੜੇ ਇੱਥੇ ਹੁਣ ਸਿਵਲ ਹਸਪੀਟਲ ਇਹ ਦਿੱਤਾ ਸੀ ਉਹਦੇ ਵਾਸਤੇ। ਔਰ ਉਸ ਜਗ੍ਹਾ ਦੇ ਉੱਤੇ ਸਰਦਾਰ ਸ਼ਿਵਦੇਵ ਸਿੰਘ ਸਾਹਿਬ ਮੋਰਾਂ ਵਾਲੀ ਕੋਠੀ ਵਾਲਿਆਂ ਨੇ ਫਿਰ ਇੱਕ ਬਿਲਡਿੰਗ ਵੀ ਬਣਵਾਈ ਸੀ, ਉੱਥੇ ਉਹਨਾਂ ਦੀ ਪਲੇਟ ਵੀ ਲੱਗੀ ਹੋਈ ਸੀ। ਸਿਰਫ ਸਰਦਾਰ ਦਿਲਜੀਤ ਸਿੰਘ ਸਾਹਿਬ ਨੂੰ ਤੁਹਾਨੂੰ ਦੱਸਣਾ, ਉਹਨਾਂ ਨੂੰ ਇਹ ਆਇਆ ਹਸਪਤਾਲ, ਉਹਨਾਂ ਨੂੰ ਹੋਰ ਚੀਜ਼ਾਂ ਦਾ ਨਹੀਂ ਕੁਝ ਪਤਾ ਜਾਂ ਨਹੀਂ ਦੱਸ ਸਕੇ ਯਾਦਦਾਸ਼ਤ ਦੀ ਵਜ੍ਹਾ ਨਾਲ, ਲੇਕਿਨ ਮੈਂ ਹੈਰਾਨ ਹਾਂ ਕਿ ਉਹ ਭੈਣ ਰੋਜ਼ੀ ਉਹਨਾਂ ਨੇ ਫਿਰ ਵੀ ਤੁਹਾਨੂੰ ਕਾਫੀ ਗੱਲਾਂ ਸੁਣਾਈਆਂ। ਸਰਦਾਰ ਅਮਰ ਸਿੰਘ ਜ਼ੈਲਦਾਰ ਸਾਹਿਬ ਨੇ ਕੁੜੀਆਂ ਦੇ ਸਕੂਲ ਨੂੰ ਵੀ ਜ਼ਮੀਨ ਦਿੱਤੀ ਸੀ, ਜਿੱਥੇ ਹੁਣ ਵੀ ਕੁੜੀਆਂ ਦਾ ਹਾਈ ਸਕੂਲ ਹੈ, ਉਹਨੂੰ ਜ਼ਮੀਨ ਸਰਦਾਰ ਅਮਰ ਸਿੰਘ ਸਾਹਿਬ ਜ਼ੈਲਦਾਰ ਨੇ ਦਿੱਤੀ ਸੀ, ਉਹ ਵਾਲੀ ਜ਼ਮੀਨ ਵੀ। ਉੱਥੇ ਭਾਵੇਂ ਉਹਨਾਂ ਦੀ ਪਲੇਟ ਲੱਗੀ ਹੋਵੇ ਨਾ ਹੋਵੇ, ਜਿਹੜੇ ਕਿ ਮੈਂ ਜਾਣਦਾ ਜ਼ਮੀਨ ਉਹਨਾਂ ਦਿੱਤੀ ਸੀ ਸਰਦਾਰ ਅਮਰ ਸਿੰਘ ਸਾਹਿਬ ਨੇ। ਜਿਹੜਾ ਪੁਰਾਣਾ ਕਮੇਟੀ ਘਰ ਸੀ ਡਸਕੇ ਦਾ, ਜਿਹੜਾ ਫੁਵਾਰੇ ਚੌਕ ਦੇ ਨਾਲ ਸੀ, ਉਹ ਵੀ ਸਰਦਾਰ ਲੱਖਾ ਸਿੰਘ ਸਾਹਿਬ ਨੇ ਦਿੱਤਾ ਸੀ ਜਗ੍ਹਾ। ਇਹਨਾਂ ਦੇ ਵਾਲਿਦ ਸਰਦਾਰ ਬਹਾਦਰ ਸਰਦਾਰ ਲੱਖਾ ਸਿੰਘ ਸਾਹਿਬ ਨੇ। ਪੁਰਾਣਾ GTS ਦਾ ਅੱਡਾ ਹੁੰਦਾ ਸੀ ਫੁਵਾਰੇ ਚੌਕ ਦੇ ਨਾਲ, ਉਹ ਜਿਹੜੀ ਮੇਰੀ ਉਮਰ ਦੇ ਲੋਕ ਨੇ, ਮੇਰੇ ਤੋਂ ਵੱਡੇ ਨੇ, ਉਹਨਾਂ ਵੇਖਿਆ ਹੋਇਆ, ਅੱਜ ਕੱਲ ਦੇ ਮੁੰਡਿਆਂ ਨਹੀਂ ਦੇਖਿਆ ਹੋਇਆ। ਉਸ GTS ਦੇ ਅੱਡੇ ਦੇ ਵਿੱਚ ਇੱਕ ਗੁਰਦੁਆਰਾ ਸੀ, ਉਹ ਵੀ ਸਰਦਾਰ ਲੱਖਾ ਸਿੰਘ ਸਾਹਿਬ ਨੇ ਬਣਵਾਇਆ ਸੀ। ਠੀਕ ਹੈ ਜੀ। ਜਿਹੜਾ ਸਰਦਾਰ ਅਮਰ ਸਿੰਘ ਜ਼ੈਲਦਾਰ ਸਾਹਿਬ ਇੰਨੇ ਦਿਆਲੂ ਬੰਦੇ ਸਨ ਕਿ ਅਗਰ ਡਸਕੇ ਵਿੱਚ ਇਹਨਾਂ ਨੂੰ ਕੋਈ ਨਵੇਂ ਡਸਕੇ ਬੰਦਾ ਮਿਲ ਜਾਂਦੇ ਸੀ ਤਾਂ ਉਹ ਕਹਿੰਦਾ ਸੀ, ਬਾਪੂ ਜੀ ਮੇਰੇ ਕੋਲ ਜਗ੍ਹਾ ਕੋਈ ਨਹੀਂ ਰੱਖਣ ਨੂੰ, ਤੇ ਆਂਦੇ ਸਨ ਕਿ ਲਿਆ ਕੋ ਕਾਗਜ਼ ਦਾ ਟੋਟਾ, ਤੇ ਕੋਈ ਸੜਕ ਤੋਂ ਫੜ ਕੇ ਕਾਗਜ਼ ਦਾ ਟੋਟਾ ਦਿੰਦਾ ਸੀ ਜਾਂ ਸਿਗਰਟ ਦੀ ਡੱਬੀ ਦਿੰਦਾ ਸੀ, ਤੇ ਸਰਦਾਰ ਅਮਰ ਸਿੰਘ ਸਾਹਿਬ ਉਹਨੂੰ ਲਿਖ ਦਿੰਦੇ ਸਨ ਕਿ ਮੈਂ ਇਸ ਬੰਦੇ ਨੂੰ 5 ਮਰਲੇ 7 ਮਰਲੇ ਥਾਂ ਦਿੱਤੀ ਹੈ, ਸਰਦਾਰ ਅਮਰ ਸਿੰਘ, ਸਾਈਨ ਕਰ ਦੇਣੇ ਸਨ। ਸਰਦਾਰ ਅਮਰ ਸਿੰਘ ਦੇ ਹੱਥ ਦੇ ਦਿੱਤੇ ਹੋਏ ਚੀਜ਼ਾਂ ਦੇ ਉੱਤੇ ਅਦਾਲਤਾਂ ਦੇ ਵਿੱਚ ਟਿਕਰੀਆਂ ਹੋਈਆਂ ਨੇ। ਔਰ ਮੈਨੂੰ ਕਿਸੇ ਬੰਦੇ ਦੱਸਿਆ ਪਿਛਲੇ ਦਿਨੋਂ, ਮੈਨੂੰ ਖੁਦ ਨਹੀਂ ਦੱਸਿਆ, ਕਿ ਅੱਜ ਤੋਂ 3-4 ਸਾਲ ਪਹਿਲਾਂ ਵੀ ਅਦਾਲਤ ਵਿੱਚ ਸਰਦਾਰ ਅਮਰ ਸਿੰਘ ਦੇ ਕਾਗਜ਼ ਦੇ ਟੋਟੇ ਦੇ ਦਿੱਤੀ ਹੋਈ ਚਿੱਠ ਦੀ ਡਿਗਰੀ ਦਿੱਤੀ ਅਦਾਲਤ ਨੇ। ਸਰਦਾਰ ਅਮਰ ਸਿੰਘ ਜਿਹੜੇ ਸਨ ਉਹ ਗਰੀਬ ਪਰਵਰ ਇਨਸਾਨ ਸਨ, ਸਰਦਾਰ ਅਮਰ ਸਿੰਘ ਸਾਹਿਬ। ਇਹਨਾਂ ਦੇ ਅੱਛਾ ਇੱਕ ਹੋਰ ਗੱਲ ਹੈ ਜਿਹੜਾ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਹੋਏਗਾ, ਸਰਦਾਰ ਅਮਰ ਸਿੰਘ ਸਾਹਿਬ ਆਪਣੀ ਆਖਰੀ ਉਮਰ ਵਿੱਚ ਜਦੋਂ ਪਾਰਟੀਸ਼ਨ ਤੋਂ ਪਹਿਲਾਂ ਇੱਥੇ ਬਹੁਤ ਉੱਚਾ ਸੁਣਦੇ ਸਨ, ਵਾਹ ਜ਼ੋਰ ਲਾ ਕੇ ਬੋਲਣਾ ਪੈਂਦਾ ਸੀ ਉਹਨਾਂ ਨੂੰ। ਲੇਕਿਨ ਚਲੋ ਤੇ ਕਹਿ ਦਾ ਗੱਲ, ਉਸ ਜ਼ਮਾਨੇ 'ਚ ਇਹਨੇ ਆਲੇ ਉਲੇ ਨਹੀਂ ਸਨ ਹੁੰਦੇ। ਲੇਕਿਨ ਮੈਂ ਸਮਝਣਾ, ਜੋ ਮੈਂ ਸੁਣਿਆ, ਜੋ ਮੈਂ ਦੇਖਿਆ ਲੋਕਾਂ ਕੋਲ, ਲੋਕਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਸਰਦਾਰ ਸਾਹਿਬ ਨੂੰ ਮਾਈਗ੍ਰੇਟ ਹੋਣ ਤੋਂ ਬਾਅਦ ਜਾ ਕੇ ਉੱਥੇ ਮੁਸ਼ਕਲਾਂ ਦੇਖਣੀਆਂ ਪਈਆਂ ਨੇ, ਜਿੰਨਾ ਘਰਾਂ 'ਚੋਂ ਗਏ ਸਨ ਔਰ ਜਿੰਨਾ ਘਰਾਂ 'ਚ ਰਹਿਣਾ ਪਿਆ ਹੈ। ਮੈਂ ਔਰ ਉਸ ਤੋਂ ਬਾਅਦ ਇਹ ਵੀ ਪਤਾ ਲੱਗਾ ਹੈ
ਕਿ ਸਰਦਾਰ ਸਾਹਿਬ ਦਾ ਜ਼ਿਹਨੀ ਤਵਾਜ਼ਨ ਵੀ ਥੋੜਾ ਠੀਕ ਨਹੀਂ ਸੀ ਰਿਹਾ ਉੱਥੇ ਜਾ ਕੇ, ਤੇ ਉਹ ਨਹੀਂ ਸੀ ਰਹਿਣਾ ਇੱਥੇ। ਉਸ ਬੰਦੇ ਦੀ ਇੱਜ਼ਤ ਸੀ, ਸ਼ਨਾਖਤ ਸੀ, ਲੋਕ ਡਿਪਟੀ ਕਮਿਸ਼ਨਰ ਤੱਕ, ਵਜ਼ੀਰਾਂ ਤੱਕ, ਮਤਲਬ ਮੇਰੇ ਦਾਦਾ ਜੀ ਵਜ਼ੀਰ ਸਨ ਤੇ ਉਹਨਾਂ ਦੀ ਇੱਜ਼ਤ ਕਰਦੇ ਸਨ, ਠੀਕ ਹੈ। ਇੱਥੇ ਸਰਦਾਰ ਅਮਰ ਸਿੰਘ ਨੂੰ ਕੋਈ ਮਸਲਾ ਨਹੀਂ ਸੀ, ਉਹ ਅੰਗਰੇਜ਼ ਡਿਪਟੀ ਕਮਿਸ਼ਨਰ ਜਿਹਨੂੰ ਸਾਹਿਬ ਬਾਦਲ ਸਨ ਉਹਦੇ ਕੋਲ ਜਾ ਕੇ ਆਰਾਮ ਨਾਲ ਗੱਲ ਕਰ ਸਕਦੇ ਸੀ ਸਰਦਾਰ ਸਾਹਿਬ ਕਿ ਇਹ ਗੱਲ ਉਹਨੂੰ ਇੱਜ਼ਤ ਮਿਲਣੀ ਸੀ। ਉੱਥੇ ਮੇ ਵੀ ਉਹਨਾਂ ਆਪਣੀ ਅਲਾਟਮੈਂਟ ਕਰਾਉਣ ਵਾਸਤੇ ਪਟਵਾਰੀਆਂ ਪਿੱਛੇ ਖੱਜਲ ਹੋਣਾ ਪਿਆ ਹੋਵੇ, ਕਿਸੇ ਕਿਹਾ ਹੋਵੇ ਬਾਬਾ, ਮੈਂ ਗੱਲ ਪੈ ਕਰਨਾ ਕਿ ਬਾਬਾ ਜੀ ਪਰਾਂ ਹੋ ਕੇ ਖਲੋਵੋ, ਇਹ ਨਹੀਂ ਪਤਾ ਇਹ ਜਿਹੜਾ ਬਾਬਾ ਜੀ ਹੈ ਸਰਦਾਰ ਅਮਰ ਸਿੰਘ ਜ਼ੈਲਦਾਰ ਨਵੇਂ ਜਿਹਦੀ ਕਲਮ ਚੱਲਦੀ ਸੀ, ਜਿਹਦੀ ਕਾਗਜ਼ ਤੇ ਜਿਹਨੂੰ ਸਾਈਨ ਕਰਨ ਵਾਸਤੇ ਕਿਸੇ ਸਟਾਂਪ ਪੇਪਰ ਦੀ ਜਾਂ ਕਿਸੇ ਰਜਿਸਟਰਡ ਪੇਪਰ ਦੀ ਲੋੜ ਨਹੀਂ ਸੀ, ਇੰਨੀ ਉਸ ਬੰਦੇ ਦੀ ਸੀ। ਤੇ ਮੇਰਾ ਆਪਣਾ ਖਿਆਲ ਹੈ ਵੇ, ਮੈਨੂੰ ਨਹੀਂ ਪਤਾ, ਮੈਂ ਅਜ਼ਿਊਮ ਕਰਨਾ, ਤੁਹਾਨੂੰ ਉਹਨਾਂ ਕੋਲ ਪੁੱਛ ਲਿਆ ਜੇ ਤੁਸੀਂ ਉਹਨਾਂ ਨੂੰ ਮਿਲ ਕੇ ਆਏ ਹੋ, ਮੈਂ ਤੇ ਉਹਨਾਂ ਨੂੰ ਮਿਲਿਆ ਵੀ ਨਹੀਂ, ਭੈਣ ਰੋਜ਼ੀ ਹੋਰਾਂ ਨੂੰ ਤੇ ਸਰਦਾਰ ਕੁਲਬੀਰ ਸਿੰਘ, ਉਹਨਾਂ ਕੋਲ ਪੁੱਛ ਲਿਆ ਜੇ। ਮੇਰਾ ਖਿਆਲ ਹੈ ਸ਼ਾਇਦ ਸਰਦਾਰ ਅਮਰ ਸਿੰਘ ਸਾਹਿਬ ਆਪਣੀ ਜਾਇਦਾਦ ਸਹੀ ਤਰੀਕੇ ਨਾਲ ਕਲੇਮ ਨਹੀਂ ਕਰ ਸਕੇ, ਆਪਣੇ ਇਸ ਥੋੜਾ ਜ਼ਿਹਨੀ ਅਪਸੈਟ ਹੋਣ ਦੀ ਵਜ੍ਹਾ ਨਾਲ ਜਾਂ ਇਸ ਉਤਾਰ ਚੜਾਓ ਨਾਲ, ਕਿਉਂਕਿ ਮੈਨੂੰ ਬਾਅਦ ਵਿੱਚ ਉਹਨਾਂ ਦੱਸਿਆ ਭੈਣ ਰੋਜ਼ੀ ਹੋਰਾਂ ਕਿ ਉਹਨਾਂ ਦੀ ਦਾਦੀ ਸੱਸ ਉਹਨਾਂ ਦੱਸਦੇ ਹੁੰਦੇ ਸਨ, ਬੀਬੀ ਜ਼ੈਲਦਾਰ ਨਹੀਂ, ਕਿ ਸਰਦਾਰ ਸਾਹਿਬ ਬਾਅਦ ਚ ਆ ਕੇ ਤੇ ਕਹਿੰਦੇ ਸਨ ਕਿ ਮੈਂ ਕਿਉਂ ਇੱਥੇ ਆ ਗਿਆ, ਮੇਰੀ ਤਾਂ ਉੱਥੇ ਇੱਜ਼ਤ ਬੜੀ ਸੀ, ਮੈਂ ਕਿਉਂ ਇੱਥੇ ਆ ਗਿਆ, ਮੇਰੀ ਤਾਂ ਉੱਥੇ ਬਹੁਤ ਇੱਜ਼ਤ ਸੀ। ਤੇ ਇਹ ਉਹ ਖਾਨਦਾਨ ਸੀ ਜਿਨ੍ਹਾਂ ਨੇ ਉਹਨਾਂ ਨੇ ਸਮੜਾ ਰੋਡ ਤੇ ਵੀ ਬਹੁਤ ਲੋਕਾਂ ਨੂੰ ਜਗ੍ਹਾ ਦਿੱਤੀਆਂ ਸਨ। ਉਹਨਾਂ ਦੇ ਸਰਦਾਰ ਅਮਰ ਸਿੰਘ ਸਾਹਿਬ ਦਾ ਜਿਹੜੇ ਵਾਲਿਦ ਸਨ ਸਰਦਾਰ ਲੱਖਾ ਸਿੰਘ ਸਾਹਿਬ, ਉਹਨਾਂ ਦੀ ਵੀ ਬਹੁਤ ਇੱਜ਼ਤ ਮੁਕਾਮ ਸੀ। ਲੇਕਿਨ ਹੁਣ ਅਗਰ ਤੁਸੀਂ ਡਸਕਾ ਆਓ ਤੇ ਸਿਤਮ ਜ਼ਰੀਫੀ ਹੈ ਵੇ ਕਿ ਸ਼ਾਇਦ ਤੁਹਾਨੂੰ ਸਰਦਾਰ ਅਮਰ ਸਿੰਘ ਨੂੰ ਜਾਣਨ ਵਾਲੇ ਲੋਕ ਨਾ ਮਿਲਣ। ਕਿਉਂ? ਕਿ ਉਹ ਸਿੱਖ ਸਨ, ਕਿਉਂਕਿ ਉਹ ਸਿੱਖ ਸਨ। ਹਸਪਤਾਲ ਜਿਹੜਾ ਹੈ, ਹਸਪਤਾਲ ਵਿੱਚ ਉਹਦੇ ਵਿੱਚ ਸਾਡਾ ਵੀ ਕਸੂਰ ਹੈ, ਸਾਡੀ ਕੌਮ ਦਾ, ਕਿ ਉਸ ਹਸਪਤਾਲ ਨੂੰ ਸਰਦਾਰ ਅਮਰ ਸਿੰਘ ਦੇ ਨਾਮ ਦੇ ਨਾਲ ਵਕਫ ਹੋਣਾ ਚਾਹੀਦਾ ਸੀ। ਗਵਰਨਮੈਂਟ ਸਰਦਾਰ ਅਮਰ ਸਿੰਘ ਹਸਪਤਾਲ ਹੋਣਾ ਚਾਹੀਦਾ ਸੀ ਉਹਦਾ ਨਾਮ, ਉਸ ਬੰਦੇ ਨੂੰ ਸਲਾਮ ਦੇਣ ਵਾਸਤੇ। ਲੇਕਿਨ ਜ਼ੁਲਮ ਇਹਨਾਂ ਦੋਹਾਂ ਹਕੂਮਤਾਂ ਨੇ ਕੀਤਾ ਹੈ, ਇੰਡੀਆ ਨੇ ਵੀ ਔਰ ਪਾਕਿਸਤਾਨ ਨੇ ਵੀ। ਪਿੰਡਾਂ ਦੇ ਨਾਂ ਬਦਲ ਦਿੱਤੇ ਨੇ, ਸਿੱਖਾਂ ਦੇ ਨਾਂ ਰੱਖੇ ਹੋਏ ਮੁਸਲਮਾਨੀ ਨਾਂ ਰੱਖ ਦਿੱਤੇ ਨੇ, ਤੁਹਾਡੇ ਕੋਲ ਮੁਸਲਮਾਨਾਂ ਦੇ ਨਾਂ ਰੱਖੇ ਹੋਏ ਤਬਦੀਲ ਕਰਕੇ ਨਵੇਂ ਰੱਖ ਦਿੱਤੇ ਨੇ। ਸ਼ਨਾਖਤ ਵੀ ਤਾਂ ਨਹੀਂ ਸਭ ਬਦਲ ਸਕਦੀ, ਕਿਉਂ ਬਦਲਦੇ ਹੋ ਤੁਸੀਂ ਵੀ, ਅਸੀਂ ਵੀ ਕਿਉਂ ਬਦਲਦੇ ਆ? ਤੁਸੀਂ ਕਿਉਂ ਹੀਰੋਜ਼ ਨੂੰ ਹੀਰੋਜ਼ ਨਹੀਂ ਰਹਿਣ ਦਿੰਦੇ? ਉਹਨਾਂ ਦੇ ਮਜ਼ਹਬ ਵਿੱਚ ਕਿਉਂ ਵੜਨਾ ਜੇ? ਜਾਂ ਕਹੋ ਉਹ ਬੰਦਾ ਚੰਗਾ ਨਹੀਂ ਸੀ। ਮੈਂ ਤਾਂ ਹੈਰਾਨ ਨਾ, ਅੱਲਾ ਕਰੇ ਗੰਗਾ ਰਾਮ ਹਸਪੀਟਲ ਦਾ ਸਾਰੀ ਉਮਰ ਖੁਦਾ ਗੰਗਾ ਰਾਮ ਹਸਪਤਾਲ ਰੱਖੇ, ਸਾਰੀ ਉਮਰ ਰੱਖੇ, ਠੀਕ ਹੈ। ਅੱਲਾ ਗੁਲਾਬ ਦੇਵੀ ਹਸਪਤਾਲ ਦਾ ਸਾਰੀ ਉਮਰ ਗੁਲਾਬ ਦੇਵੀ ਹਸਪਤਾਲ ਰਵੇ। ਲੇਕਿਨ ਤੋਬਾ ਟੇਕ, ਠੀਕ ਹੈ, ਸਾਡੇ ਕੋਲ ਕਿਲਾ ਸੋਭਾ ਸਿੰਘ ਬਦਲਿਆ ਗਿਆ ਹੈ, ਠੀਕ ਹੈ ਜੀ, ਠੀਕ ਹੈ ਜੀ। ਤੁਹਾਡੇ ਕੋਲ ਬਦਲੇ ਗਏ ਨੇ, ਤੁਹਾਡੇ ਕੋਲ ਬਦਲੇ ਗਏ ਨੇ ਨਾ ਬਾਬਰ ਸਾਹਿਬ। ਮੈਂ ਨਾ ਪੰਜਾਬ ਦੇ ਜੇ ਨਜ਼ਰੀਏ ਤੋਂ ਗੱਲ ਕਰਾਂ, ਪੰਜਾਬ 'ਚ ਘੱਟ ਨਾਮ ਬਦਲੇ ਗਏ ਸਾਡੇ। ਅੱਛਾ, ਲੇਕਿਨ ਸਾਡੇ ਕੋਲ ਪੰਜਾਬ ਵਿੱਚ ਹੀ ਬਦਲੇ ਗਏ ਨੇ। ਮੈਂ ਬਦਲੇ ਗਏ ਨੇ। ਮੈਨੂੰ ਤਾਂ ਇਸ ਗੱਲ ਤੇ ਵੀ ਇਤਰਾਜ਼ ਹੈ, ਜਿਹੜਾ ਲਾਇਲਪੁਰ ਹੈ, ਉਹ ਜਿਹੜੇ ਨਾਂ ਤੇ ਲਾਇਲਪੁਰ ਸੀ, ਉਹ ਸਿੱਖ ਜਾਂ ਹਿੰਦੂ ਮੁਸਲਮਾਨ ਤੇ ਨਹੀਂ ਸੀ, ਗੋਰਾ ਸੀ, ਲੇਕਿਨ ਉਹਨੇ ਉੱਥੇ ਸਰਵਿਸ ਕੀਤੀ ਸੀ, ਉਹਦੇ ਨਾਂ ਤੇ ਰਹਿਣਾ ਚਾਹੀਦਾ ਸੀ। ਅਸਾਂ ਫੈਸਲਾਬਾਦ ਕਰਕੇ ਕੀ ਕਰਦੇ ਆ? ਲੇਕਿਨ ਬਹਰਹਾਲ ਮੇਰਾ ਖਿਆਲ ਹੈ ਇੱਕ ਚੂੜਕਾਣੇ ਦਾ ਨਾਮ ਵੀ ਬਦਲਿਆ ਗਿਆ, ਫਰੂਕਾਬਾਦ ਰੱਖਤਾ ਗਿਆ, ਠੀਕ ਹੈ ਜੀ। ਇਸ ਤਰ੍ਹਾਂ ਮਤਲਬ ਦੋਵਾਂ ਪਾਸੇ ਇਹ ਹੋਇਆ, ਕਿਸੇ ਨੇ ਥੋੜਾ ਕੀਤਾ, ਕਿਸੇ ਨੇ ਬਹੁਤਾ ਕੀਤਾ, ਦੋਵਾਂ ਪਾਸੇ ਇਹ ਹੋਇਆ। ਕਿਉਂ ਹੋਇਆ? ਕਿਉਂ ਹੋਇਆ? ਹੁਣ ਵੇਖੋ, ਇਸ ਗੱਲ ਨਾਲ ਮੈਂ ਸਿੱਖ ਨਹੀਂ ਹੋ ਚੱਲਾ, ਤੁਸੀਂ ਮੁਸਲਮਾਨ ਨਹੀਂ ਹੋ ਚੱਲੇ, ਲੇਕਿਨ ਜਿਨ੍ਹਾਂ ਲੋਕਾਂ ਨੇ ਕੰਮ ਕੀਤੇ ਨੇ ਉਹਨਾਂ ਦਾ ਨਾਂ ਰਹਿਣ ਦਿਓ। ਮੈਂ ਤੇ ਕਹਿਣਾ ਕਿ ਅੱਜ ਅਗਰ ਸਰਦਾਰ ਅਮਰ ਸਿੰਘ ਦੀ ਅਗਲੀ ਪੀੜ੍ਹੀਆਂ 'ਚ ਲੋਕ ਆਉਂਦੇ ਨੇ, ਸਰਦਾਰ ਅਮਰ ਸਿੰਘ ਤੇ ਅੱਲਾਹ ਤਾਲਾ ਉਹਨਾਂ ਨੂੰ ਬੁਲੰਦ ਮੁਕਾਮ ਕਰੇ, ਉਹਨਾਂ ਦੇ ਚੰਗੀ ਜਨਤਾ 'ਚ ਕਰ ਦੇਵੇ ਉਹਨਾਂ ਨੂੰ। ਇਮਾਨਦਾਰੀ ਦੀ ਗੱਲ ਏ, ਉਹਨਾਂ ਦੇ ਬੱਚੇ ਆਉਂਦੇ ਨੇ ਇਹ ਵਾਲੇ, ਤੇ ਡਸਕੇ ਦੇ ਲੋਕਾਂ ਨੂੰ ਉਹਨਾਂ ਦਾ ਦੇਣਦਾਰ ਨੇ ਸਾਰੇ। ਉਹਨਾਂ ਦੇ ਨਵੇਂ ਡਸਕੇ ਵਿੱਚ ਤਾਂ ਸਭ ਕੁਝ ਹੋਇਆ ਕਿਉਂਕਿ ਨਵੇਂ ਡਸਕੇ ਨੇ ਜ਼ਿਆਦਾ ਤਰੱਕੀ ਕੀਤੀ। ਪੁਰਾਣਾ ਡਸਕਾ ਸੀ, ਪੁਰਾਣਾ ਡਸਕਾ ਸਮਝੋ ਜਿਸ ਤਰ੍ਹਾਂ ਸ਼ਹਿਰ ਅੰਦਰੂਨ ਦਿੱਲੀ, ਅੰਦਰੂਨ ਲਾਹੌਰ ਹੁੰਦੇ ਨੇ, ਪੁਰਾਣਾ। ਨਵਾਂ ਡਸਕਾ ਸੀ, ਨਿਸਬਤਨ ਪਲੈਨਿੰਗ ਨਾਲ ਬਣਿਆ ਸੀ। ਕਚਹਿਰੀ ਵੀ ਉੱਥੇ ਬਣ ਗਈ, ਡੰਗਰਾਂ ਦਾ ਹਸਪਤਾਲ ਵੀ ਉੱਥੇ ਬਣ ਗਿਆ, ਥਾਣਾ ਵੀ ਉੱਥੇ ਬਣ ਗਿਆ, ਉਦੋਂ ਬਾਅਦ ਹਸਪਤਾਲ ਵੀ, ਤੇ ਉਸ ਵਜ੍ਹਾ ਨਾਲ ਉੱਥੇ ਜ਼ਿਆਦਾ ਚੀਜ਼ਾਂ ਬਣੀਆਂ।
ਔਰ ਈਵਨ ਸਰਦਾਰ ਸਾਹਿਬ ਦੀ ਦੇਣ ਨਾਲ ਉਹਨਾਂ ਦੀ ਆਪਣੀ ਜਾਇਦਾਦ ਔਰ ਜ਼ਮੀਨਾਂ ਵੀ ਜ਼ਿਆਦਾ ਕੀਮਤੀ ਹੋ ਗਈਆਂ, ਕਿਉਂਕਿ ਸ਼ਹਿਰ ਜ਼ਿਆਦਾ ਨਵਾਂ ਮਾਡਰਨ ਸ਼ਹਿਰ ਉਧਰ ਆਬਾਦ ਹੋ ਗਿਆ। ਈਵਨ ਜਿਹੜਾ ਕਾਲਜ ਰੋਡ ਸਮਰ ਰੋਡ ਤੇ ਡੰਗਰਾਂ ਵਾਲਾ ਹਸਪਤਾਲ ਹੈ ਸਾਡਾ ਵੈਟਰਨਰੀ ਹਸਪੀਟਲ, ਉਹ ਵੀ ਸਰਦਾਰ ਅਮਰ ਸਿੰਘ ਸਾਹਿਬ ਦੀ ਜਾਇਦਾਦ ਵਿੱਚ ਹੈ। ਇਸ ਤਰ੍ਹਾਂ ਸਰਦਾਰ ਸਾਹਿਬ ਦਾ ਨਾਮ ਡਸਕੇ ਵਿੱਚ ਹਮੇਸ਼ਾ ਸੁਨਹਿਰੀ ਹਰੂਫ ਨਾਲ ਲਿਖਿਆ ਜਾਣਾ ਚਾਹੀਦਾ ਹੈ ਔਰ ਉਹਨਾਂ ਨੂੰ ਸਲਾਮ ਪੇਸ਼ ਕਰਨਾ ਚਾਹੀਦਾ। ਸਲਾਮ, ਮੈਂ ਤੇ ਸਲਾਮ ਕਰਨਾ, ਮੇਰਾ ਤੇ ਦਾਦਾ ਵੀ ਸੀ, ਮੇਰਾ ਤੇ ਵੱਡਾ ਵੀ ਸੀ, ਮੈਂ ਤੇ ਉਹਨਾਂ ਨੂੰ ਸਲਾਮ ਕਰਨਾ। ਔਰ ਉਹਨਾਂ ਨੇ, ਔਰ ਸਰਦਾਰ ਅਮਰ ਸਿੰਘ ਸਾਹਿਬ ਦੇ ਮੁਤਲਕ ਇਹ ਗੱਲ ਸੀ ਕਿ ਉਹ ਬੜੇ ਲਿਬਰਲ ਆਦਮੀ ਸਨ। ਉਹਨਾਂ ਦੇ ਮੁਤਲਕ ਗੱਲ ਹੈ ਉਹ ਬੜੇ ਲਿਬਰਲ ਆਦਮੀ ਸਨ, ਕੋਈ ਮਜ਼ਹਬੀ ਇੰਤਹਾ ਪਸੰਦ ਨਹੀਂ ਸਨ। ਮਜ਼ਹਬ ਉਹਨਾਂ ਦਾ ਸਿੱਖ ਸੀ ਲੇਕਿਨ ਕੋਈ ਇੰਤਹਾ ਪਸੰਦ ਨਹੀਂ ਸਨ ਔਰ ਸਭ ਨਾਲ ਬੜਾ ਮਿਲ ਜੁਲ ਕੇ ਰਹਿੰਦੇ ਸਨ। ਤੁਸੀਂ ਉਹਨਾਂ ਨੇ, ਮੈਂ ਸ਼ੁਕਰਗੁਜ਼ਾਰ ਹਾਂ ਸਰਦਾਰ ਦਿਲਜੀਤ ਸਿੰਘ ਸਾਹਿਬ ਦਾ, ਉਹਨਾਂ ਦੇ ਖਾਨਦਾਨ ਦਾ। ਉਹਨਾਂ ਨੇ ਮੇਰੇ ਦਾਦਾ ਜੀ ਨੂੰ ਯਾਦ ਕੀਤਾ ਹੈ, ਮੇਰੇ ਦਾਦੇ ਦੇ ਭਰਾਵਾਂ ਨੂੰ ਯਾਦ ਕੀਤਾ ਹੈ, ਅੱਲਾ ਉਹਨਾਂ ਨੂੰ ਖੁਸ਼ ਰੱਖੇ। ਉਹਦੇ ਵਿੱਚ ਉਹਨਾਂ ਨੇ ਵਾਕਿਆ ਕੀਤਾ ਹੈ ਜ਼ਿਕਰ ਸਰਦਾਰ ਸੰਤ ਸਿੰਘ ਸਾਹਿਬ ਤਹਿਸੀਲਦਾਰ ਨੂੰ ਵਜ਼ੀਰਾਬਾਦੋਂ ਲਿਆਉਣ ਵਾਲਾ ਜੀ, ਉਹ ਚੌਧਰੀ ਸ਼ੁਕਰੁੱਲਾ ਖਾਨ ਦਾ ਫਿਰ ਵੀ ਮੇਰੇ ਦਾਦੇ ਸਨ, ਮੈਨੂੰ ਉਹਨਾਂ ਤੇ ਫਖਰ ਵੀ ਹੈ, ਲੇਕਿਨ ਮੈਂ ਕਹਿੰਦਾ ਉਹਨਾਂ ਦਾ ਫਰਜ਼ ਵੀ ਸੀ, ਠੀਕ ਹੈ। ਉਹਨਾਂ ਦਾ ਭਤੀਜਾ ਵੀ ਸੀ, ਅਮਰ ਸਿੰਘ ਦਾ ਪੁੱਤਰ ਸੀ ਸੰਤ ਸਿੰਘ, ਉਹਨਾਂ ਦਾ ਪੁੱਤਰ ਵੀ ਸੀ, ਭਤੀਜਾ ਵੀ ਸੀ, ਕਿਉਂ ਨਾ ਲਿਆਉਂਦੇ? ਤੇ ਉਹ ਤੇ ਫਿਰ ਭਤੀਜਾ ਸਨ। ਮੈਂ ਕਹਿੰਦਾ ਉਹਨਾਂ ਨੂੰ ਕੋਈ ਬੰਦਾ, ਕੋਈ ਕ੍ਰਿਸਚਨ ਵੀ ਆਵਾਜ਼ ਮਾਰਦਾ ਉਹ ਜਾਂਦੇ। ਉਹ ਬੜੇ ਹੋਰ ਤਰ੍ਹਾਂ ਦੇ ਆਦਮੀ ਸਨ, ਉਹ ਜਾਂਦੇ। ਉਹਨਾਂ ਨੇ ਡਸਕੇ ਵਿੱਚ ਧਾਮੀ ਸਾਹਿਬ, ਚੌਧਰੀ ਸ਼ੁਕਰੁੱਲਾ ਖਾਨ ਸਾਹਿਬ ਨੇ ਡਸਕੇ ਦਾ ਪਹਿਰਾ ਦਿੱਤਾ ਹੈ ਚੌਕੀਦਾਰ ਬਣ ਕੇ, ਚੌਕੀਦਾਰ ਬਣ ਕੇ। ਅਸੀਂ ਸੁਣਨੇ ਨੇ ਸਾਂ, ਮੈਂ ਆਪਣੇ ਤਾਇਆ ਜੀ ਕੋਲੋਂ ਔਰ ਆਪਣੇ ਅੱਬਾ ਜੀ ਕੋਲੋਂ, ਕਿ ਚੌਧਰੀ ਸ਼ੁਕਰੁੱਲਾ ਖਾਨ ਸਾਹਿਬ ਰਾਤੀ ਸੌਂਦੇ ਨਹੀਂ ਸਨ ਹੁੰਦੇ 47 ਦੇ ਵਿੱਚ। ਉਹਨਾਂ ਨੇ ਫਿਰਦੇ ਹੁੰਦੇ ਸਨ ਬੰਦਿਆਂ ਦੇ ਨਾਲ, ਬਲਮ ਵਾਲੇ ਬੰਦੇ ਦੇ ਨਾਲ, ਡੰਗਬਾਜ਼ਾਂ ਦੇ ਨਾਲ, ਸਾਰੇ ਦੇ ਨਾਲ। ਔਰ ਉਹਨਾਂ ਨੇ ਚੌਧਰੀ ਸ਼ੁਕਰੁੱਲਾ ਖਾਨ ਸਾਹਿਬ ਜਿਹੜੇ ਦਾਦਾ ਜੀ ਸਨ, ਉਹ ਬੜੇ ਧਾਮੀ ਸਾਹਿਬ ਬੜੇ ਬਹਾਦਰ ਆਦਮੀ ਸਨ ਔਰ ਬੜੇ ਬਰੇਵ ਔਰ ਬੜੇ ਆਊਟ ਗੋਇੰਗ ਆਦਮੀ ਸਨ। ਉਹ ਔਰ ਮਸ਼ਹੂਰ ਸੀ ਕਿ ਜੋ ਸ਼ੁਕਰੁੱਲਾ ਖਾਨ ਜੋ ਕਹਿੰਦਾ ਉਹ ਕਹਿਣ ਦੀ ਜੁਰਤ ਰੱਖਦਾ ਸੀ, ਬੋਲਦਾ ਸੀ। ਅਗਰ ਸੱਚ ਕਿਹਾ ਜਾਏ, ਸੱਚ ਮੈਂ ਕਹਾਂ ਤਾਂ ਬਹਾਦਰ ਤਰੀਨ ਆਦਮੀ ਸੀ ਡਸਕੇ ਦਾ ਉਹ ਬੰਦਾ। ਉਹਦੇ ਪਿੱਛੇ ਇੱਕ ਉਹਨਾਂ ਦੀ ਤਬੀਅਤ ਬਹਾਦਰ ਸੀ, ਦੂਜਾ ਉਹਨਾਂ ਦੇ ਪਿੱਛੇ ਉਹਨਾਂ ਦੇ ਬਾਪ ਦਾਦੇ ਦੀ ਪਿੱਛੇ ਸਾਰੀ ਮੌਜੂਦ ਸੀ, ਲੇਕਿਨ ਉਸ ਤੋਂ ਬਾਵਜੂਦ ਵੀ ਹਰ ਬੰਦੇ ਦੀ ਇੱਕ ਪਰਸਨੈਲਿਟੀ ਹੁੰਦੀ ਹੈ। ਉਹਨਾਂ ਦੀ ਇੱਕ ਆਦਤ ਹੁੰਦੀ ਸੀ, ਉਹ ਜੋ ਵੀ ਐਲਾਨ ਕਰਵਾਉਂਦੇ ਸਨ, ਧਾਮੀ ਸਾਹਿਬ ਪੁਰਾਣੇ ਜ਼ਮਾਨੇ 'ਚ ਮੁਨਾਦੀ ਹੁੰਦੀ ਸੀ ਢੋਲ ਦੇ ਉੱਤੇ ਜੀ, ਰਾਜੇ ਮਹਾਰਾਜੇ, ਜਦੋਂ ਬਿਜਲੀ ਨਹੀਂ ਸੀ ਹੁੰਦੀ ਹੈ ਮਸਜਿਦਾਂ ਵਿੱਚ ਜਾਂ ਗੁਰਦੁਆਰਿਆਂ ਵਿੱਚ, ਸਪੀਕਰ ਨਹੀਂ ਸਨ ਹੁੰਦੇ, ਤੇ ਉਹ ਚੌਧਰੀ ਸ਼ੁਕਰੁੱਲਾ ਖਾਨ ਸਾਹਿਬ ਦੀ ਇੱਕ ਬੜੀ ਮਸ਼ਹੂਰ ਸੀ ਕਿ ਚੌਧਰੀ ਸ਼ੁਕਰੁੱਲਾ ਖਾਨ ਦੀ ਮੁਨਾਦੀ ਹੈ, ਉਹ ਢੋਲ ਦੇ ਉੱਤੇ ਐਲਾਨ ਕਰਵਾਉਂਦੇ ਹੁੰਦੇ ਸਨ। ਤੇ ਉਹ ਰੋਜ਼ ਢੋਲ ਦੇ ਉੱਤੇ ਐਲਾਨ ਕਰਵਾਉਂਦੇ ਸਨ ਡਸਕੇ ਵਿੱਚ ਕਿ ਅਗਰ ਕਿਸੇ ਵੀ ਹਿੰਦੂ ਔਰ ਸਿੱਖ ਨੂੰ ਨੁਕਸਾਨ ਪਹੁੰਚਾਇਆ ਗਿਆ ਤੇ ਉਹ ਜ਼ਿੰਮੇਦਾਰ ਹੋਏਗਾ ਔਰ ਚੌਧਰੀ ਸ਼ੁਕਰੁੱਲਾ ਖਾਨ ਉਸ ਬੰਦੇ ਕੋਲੋਂ ਹਿਸਾਬ ਲਏਗਾ। ਉਸ ਵਜ੍ਹਾ ਨਾਲ ਮਾਸਟਰ ਮੂਲਚੰਦ ਸਾਹਿਬ ਨੇ ਜਿਹੜਾ ਖਤ ਲਿਖਿਆ ਹੈ, ਮੇਰੇ ਕੋਲ ਮੌਜੂਦ ਹੈ, ਉਸ ਖਤ ਵਿੱਚ ਵੀ ਉਹਨਾਂ ਜ਼ਿਕਰ ਕੀਤਾ ਹੈ ਕਿ ਡਸਕੇ ਦੇ ਤਮਾਮ ਹਿੰਦੂ ਭਰਾ, ਉਹ ਹਿੰਦੂ ਸਨ ਚੁੱਕੇ ਮਾਸਟਰ ਮੂਲਚੰਦ, ਉਹਨਾਂ ਲਿਖਿਆ ਕਿ ਤਮਾਮ ਹਿੰਦੂ ਭਰਾ ਦੀ ਪੁਰ ਅਮਨ ਨਾਲ ਆਏ ਸੀ ਔਰ ਉਹਦੀ ਵਜ੍ਹਾ ਚੌਧਰੀ ਸ਼ੁਕਰੁੱਲਾ ਖਾਨ ਸਾਹਿਬ, ਔਰ ਉਹਨਾਂ ਕਿਹਾ ਕਿ ਅਸੀਂ ਅੱਜ ਵੀ ਉਹਨਾਂ ਨੂੰ ਯਾਦ ਕਰਨੇ ਔਰ ਲੋਕ ਉਹਨਾਂ ਨੂੰ ਦੁਆ ਦਿੰਦੇ ਨੇ। ਇਹ 1979 ਵਿੱਚ, 1980 ਤਕਰੀਬਨ ਕਹਿ ਲਓ, ਇਹ 47 ਔਰ 79 ਵਿੱਚ ਕਿੰਨਾ ਫਰਕ ਹੈ ਉਹਨਾਂ ਲਿਖਿਆ। ਉਹਨਾਂ ਉਸ ਗੱਲ ਵਿੱਚ ਇੱਕ ਜ਼ਿਕਰ ਕੀਤਾ ਹੈ ਚੌਧਰੀ ਸ਼ੁਕਰੁੱਲਾ ਖਾਨ ਸਾਹਿਬ ਦਾ ਇੱਕ ਖਤ ਵਿੱਚ। ਉਹ ਖਤ ਲੰਮਾ ਹੈ, 7 ਸਫ਼ੇ ਦਾ ਸਫਾ ਪੜ੍ਹ ਦੋ ਸਾਈ ਸਾਹਿਬ, 6 ਸਫ਼ੇ ਦਾ ਖਤ ਜੇ ਬਤਾਵੀ ਸਾਹਿਬ। ਉਹ ਕੋਈ ਗੱਲ ਨਹੀਂ ਜੀ, ਇਤਿਹਾਸਕ ਖਤ ਆ, ਇਹ ਤੋਂ ਪਤਾ ਲੱਗੂਗਾ ਵੀ ਕਿੰਨੀ ਸਾਂਝ ਸੀ, ਕਿੰਨਾ ਪਿਆਰ ਸੀ। ਅੱਛਾ, ਉਹਦੇ ਵਿੱਚ ਨਾ ਚੂੰਕਿ ਉਹ ਇੰਨਾ ਮਿਟ ਚੁੱਕਿਆ ਹੋਇਆ ਹੈ, ਉਹ ਫਟ ਚੁੱਕਿਆ ਹੋਇਆ, ਉਹ ਬੜੀ ਮੁਸ਼ਕਿਲ ਨਾਲ ਮਹਿਫੂਜ਼ ਰੱਖਿਆ ਹੋਇਆ ਹੈ, ਤੇ ਉਹ ਮੈਨੂੰ ਥੋੜਾ ਪੜ੍ਹਨ ਵਿੱਚ ਮੇਰਾ ਜ਼ੋਰ ਲੱਗੇਗਾ ਤੇ ਉਹ ਮੈਨੂੰ ਮਾਫ ਕਰਿਆ ਜੇ, ਮੈਂ ਪੜ੍ਹ ਦੇਣਾ। ਉਰਦੂ 'ਚ ਲਿਖਿਆ ਖਤ ਹੈ ਜੀ ਜੀ। ਇਹ ਮੈਂ ਤੁਹਾਨੂੰ ਉਹਦੀ ਤਸਵੀਰ ਵਿਖਾਣਾ ਪਿਆ, ਇਹ ਮੈਂ ਤੁਹਾਨੂੰ ਖਤ ਭੇਜ ਵੀ ਦਿਆਂਗਾ। ਵਾਹ ਜੀ ਵਾਹ। ਇਹ ਮੈਂ ਤੁਹਾਨੂੰ ਮੋਬਾਈਲ ਵਿੱਚ ਤਸਵੀਰ ਵਿਖਾਣਾ ਪਿਆ ਉਹਨਾਂ ਦੀ, ਉਹਨਾਂ ਉਰਦੂ 'ਚ ਖਤ ਲਿਖਿਆ, ਉਰਦੂ 'ਚ। ਵਾਹ ਜੀ। ਕਹਿੰਦੇ ਨੇ, ਲਿਖਦੇ ਨੇ, ਯਮੁਨਾ ਨਗਰ ਮੁਹਰਰਾ 23 ਅਗਸਤ 1979, ਸਫਾ ਨੰਬਰ ਲਿਖੇ ਉੱਤੇ, ਸਫਾ ਨੰਬਰ 1। ਅਜ਼ੀਜ਼ੁਲ ਕਦਰ ਅਜ਼ੀਜ਼ੀ ਮੁਨੱਵਰ ਤਵੀਲੁਲ ਉਮਰ, ਦੁਆ ਦਿੱਤੀ ਹੈ ਉਹਨਾਂ, ਤੂਲੁਲ ਉਮਰ, کہ پیارے منور اللہ تعالیٰ تیری عمر دراز کرے، دعا اور پیار، تم سلامت رہو، شعر دینا شروع کیتا ہے، تم سلامت رہو 1000 برس
ہر برس کے ہوں دن 50,000. آپ کا 9 ماہ حال کا لکھا ہوا خط. ہن نال ترجمہ بھی کرنا کہ بس سنائی جاواں؟ نہیں سنا لو جی، میں سمجھا. ماہ حال مطلب جڑا اس ویلے مہینہ ہے. جی 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 جی. اچھا، آپ کا 9 ماہ حال کا لکھا ہوا خط مجھے 20 تاریخ کو مل گیا. گرمی کی شدت نے لکھنے سے لکھنے سے مانے رکھا. عزیزم، آپ کا خط الفاظ سے بنی ہوئی ایک تصویر کی مانند تھا. آپ نے اردو کے چیدہ الفاظ چن چن کر ترتیب کو ملحوظ خط رکھتے ہوئے نہایت ہوش مندی سے استعمال کر کے اپنی نوشت کو سجایا ہے. میں خط پڑھ کر جذبات کی رو میں اس طرح بہہ گیا کہ کچھ لمحات کے لیے مجھ پر سکتہ کا عالم رہا، اور میں خط ہاتھ میں لیے حیرانگی سے کھلے منہ چپ چاپ بیٹھا رہا کہ میری بیوی نے آواز دی کہ خط کہاں سے آیا ہے. مجھے افسوس ہے کہ میں اردو صرف 5ویں کلاس تک پڑھ سکا اور زاں بعد ہندی سنسکرت پڑھتا رہا. میں اردو لکھ تو رہا ہوں کیونکہ الف بے پے تے وغیرہ تو ضرور پڑھی تھی، لیکن میں یہ نہیں جانتا کہ اپنی لکھائی میں کن الفاظ کا ہجا غلط کر رہا ہوں اور کن الفاظ کو بے موقع غلط استعمال کر رہا ہوں. اس لیے معروض ہوں کہ پڑھتے وقت میری اس کمزوری کو نظر انداز کر دینا. شکریہ. آگے جی، پہلا صفحہ. چودھریوں کے آپ بچپن کے میں چودھریوں کے بیٹے ہونے کے لحاظ سے ایک لال رنگ کے ٹٹو پر سوار ہو کر دن کا زیادہ حصہ اسے پڑاؤ میں سر پر دوڑانے میں گزارتے تھے، تو میں یہ اندازہ نہیں کر سکتا تھا کہ چودھری صاحب رئیس کا یہ نٹ کٹ بچہ بڑا ہو کر اتنا روشن دماغ ہوگا اور کہ اس کا دماغ علمی لیاقت سے ایسا منور ہوگا کہ اپنی ایک ہی خط کے مضمون سے مجھے اپنا گرویدہ احسان بنا لے گا. ہاں، مجھے آپ کے خاندان سے لگاؤ تھا، اور اس کی ابتدا ایسے ہوئی کہ ایک بار مشن سکول وزیرآباد ایک اور لمحہ واقعہ بیان کر دینے. اچھا، انہوں میں تھوڑا آگے کٹ دینا. دل کو دل سے راہ ہوتی ہے، بالکل حقیقت ہے. سوموار 20/8/1979 20 تاریخ 20/8/1979 کو میں اور میرا لڑکا دویندر دوپہر کا کھانا کھا رہے تھے کہ اچانک آپ کے خاندان کا ذکر چھڑ گیا، خاص طور پر آپ کا مجھے گجرانوالے ملنے جانا. ادھر آپ کا ذکر خیر میرے لب پر تھا، ادھر پوسٹ مین آپ کا خط ہاتھ میں لیے میرے غریب خانے کو آ رہا تھا. سچ جانیے میری روح کو معلوم تھا کہ آپ کا خط آ رہا ہے. وجہ یہ تھی کہ آپ نے احترام و محبت سے مجھے خط لکھا، اور اس دن سے آپ سکول میں ہر روز یہ خیال آتا رہا ہوگا، آپ کے دل میں ہر روز یہ خیال آتا رہا ہوگا کہ آپ کا خط مجھ پر کیا اثر ہوتا ہے. میرے متعلق آپ کے خیالات میں اتنی طاقت تھی کہ آپ کی یاد ڈاک سے قدرے تیز رفتاری سے 2 گھنٹہ پہلے ہی میرے پاس پہنچ گئی. شیو درشن سنگھ کا ایڈریس میرے پاس بھی وہی ہے جو آپ نے لکھا ہے، 2A ہیلے روڈ، نیو دلی. مجھے سردار شیودیو سنگھ صاحب کا خط آئے ہوئے بہت دیر ہوئی ہے. مجھے آخری خط مسز شیودیو سنگھ کی وفات کے بعد ان کے اکھنڈ پاٹ کے بھوگ پر حاضر ہونے کے لیے آیا تھا. اس بات کو 25 سال سے بھی کچھ زیادہ عرصہ ہو گیا ہوگا. میں ان کے بارے میں تازہ معلومات فراہم کرنے کی ضرور کوشش کروں گا اور آپ کو اطلاع دوں گا. آپ نے بیکار انتظار کیا. غلام نبی گامی آپ کو اپنے پریوار کی خیریت کے بارے میں کچھ لکھ کر دے گا. اس نے نہ کبھی لکھا ہے اور نہ ہی لکھے گا، اس لیے اگر آپ مجھے خط لکھیں گے تو خود ہی پتہ کر کے اس کے ماں باپ اور بھائی کے متعلق کچھ لکھ دینا کہ وہ کس حالت میں ہیں. آگے انگریزی لکھتے ہیں how goes the world with them. میرے کنبہ کے موجودہ حالات مختصراً یوں ہیں. ممبران وہی ہیں جو میں ڈسکا سے ادھر لایا تھا.
بڑی لڑکی ہے، اس کا خاوند کرنل تھا اور ابھی ریٹائر ہو کر دلی میں سکونت پذیر ہے۔ اس کے پاس ایک بیٹا اس کے پاس ایک لڑکا ہے جس نے حال میں MBBS کی ہے اور ملٹری میں ڈاکٹر ہے اور ابھی غیر شادی شدہ ہے۔ ایک ہی لڑکی ہے جس نے BA کر کے شادی کر لی ہے اور اب لڑکی کی ماں ہے۔ بڑے لڑکے نے MA کی اور سپورٹس کالج سے ڈپلوما حاصل کیا اور تب سے دیو کالج میں ہیلتھ اینڈ سپورٹس کا IC لگا ہوا ہے۔ میرا دوسرا لڑکا دیوندر FA میں پڑھتا تھا کہ کھیلوں کے جنون میں کالج کو خیر بات کہہ کر پنجاب پولیس میں کی ہاکی ٹیم میں بھرتی ہو گیا۔ 6-7 سال پولیس کی طرف سے ہندوستان کے سب سے بڑے میچوں میں حصہ لیا۔ پاکستان کی ہاکی ٹیم کے مقابلہ میں بھی بھوپال وغیرہ میں کھیلا ہے۔ وہاں سے ریلوے والوں نے اسے اپنی ٹیم میں کھینچ لیا۔ 12 سال ریلوے کی طرف سے تمام نیشنلز کھیلے ہیں۔ کچھ سالوں سے اس نے کھیلنا چھوڑ دیا ہے کیونکہ جسم بھاری ہو گیا ہے۔ اب ریلوے میں TT ہے۔ 2 لڑکیاں ہیں، ایک 3 سال کی ہے اور دوسری 3 ماہ کی ہے۔ یہ میرے پاس ہیں اور ان پیاری بچیوں کی گاہے بگاہے رونے کی آواز سے گھر کی خاموشی ٹوٹتی ہے اور ہم اپنے آپ کو زندوں کی زمین پر محسوس کرتے ہیں۔ آپ نے مجھے کافی تفصیل سے لکھا لیکن میرا دل سیر نہ ہوا کیونکہ اس میں آپ نے عزیزان محمود نصر اللہ خان اور مسعود نصر اللہ خان، میرے والد بڑے بھائی، کے بارے میں کچھ نہیں لکھا۔ آپ ان کے متعلق بھی لکھیں۔ خدا تعالیٰ سے امید ہے وہ خیریت سے ہوں گے۔ کیا وہ آپ کے سب ڈسکا والے بڑے مکان میں ہی رہتے ہیں؟ اگے ڈسکا تحصیل کے بہت سے گاؤں کے لڑکے میرے پاس ہاسٹل میں رہتے تھے، اس لیے ساری تحصیلی میری واقفیت تھی۔ میرے بہت سے شاگردوں کے لڑکے میرے پاس 5ویں کلاس میں ہاسٹل میں آ چکے تھے اور میرے تعلقات بڑھ کر دگنے ہو گئے تھے کہ مجھے ادھر آنا پڑا کہ ان تعلقات بڑے بد گئے سر ہون مینوں انڈیا آنا پہ گیا۔ ڈسکا میں تو میری دوستی پہلوانوں کے ساتھ ہی تھی، مولا اور اس کا بھائی حسینہ، مینوں پتا کون ہے، حسین کشمیری، مولا اور اس کا بھائی حسینہ اور گنجی کسائی، محمد علی اور محمد شفیع لوہار، جن کا اسرے بنانے کا کارخانہ دونوں ڈسکوں کے درمیان تھا۔ ڈاکٹر نذیر احمد صاحب کا لڑکا محمود اشرف مودی بھی گنجی کسائی کا شاگرد بن گیا تھا اور کشتی لڑنا سیکھتا تھا، لیکن وہ تو سیاسی جنوں میں گولی کا شکار ہو گیا۔ رانا مودی مار دیتا سی پیپلز پارٹی دے خلاف جدوں تحریک چلی سی تے اینٹی پیپلز پارٹی نے رانا مودی مار دیتا سی ڈسکے وچ، انہوں نے پتہ لگا تو ذکر کر دیتے ہیں۔ ڈاکٹر نذیر صاحب بڑے مشہور ڈاکٹر سن۔ اچھا ابھی جگہ ہے اس لیے مجھے اور کچھ لکھنا چاہیے۔ میں آپ کے والد صاحب چودھری صاحب کا ذکر کرنا چاہوں گا، وہ بہت نیک آدمی تھے۔ میں ایک واقعہ سناتا ہوں۔ آپ کے گھر کے پاس سے ایک تنگ سی گلی بازار کو جاتی تھی۔ چودھری صاحب کے ڈر اور روب سے وہ گلی تقریباً 9 تھوروفیئر تھا۔ اس گلی میں ایک ٹہلا کھتری رہتا تھا جو کہ اکیلا ہی تھا، بوڑھا تھا، کمزور تھا، غریب تھا، بیمار پڑ گیا اور بھوک سے مر گیا۔ کچھ دنوں کے بعد اس کے گھر سے تعفن اٹھا تو لوگوں نے چودھری صاحب کو کہا کہ اس کے گھر سے بو آتی ہے۔ چودھری صاحب نے کہا اس کا دروازہ توڑو۔ دروازہ توڑا تو اندر ٹہلے کھتری کی لاش اس کے بستر پر پڑی تھی، بھوک اور پیاس اور بیماری سے مر گیا تھا۔ چودھری صاحب کو جب یہ پتہ لگا تو چودھری صاحب سخت طبیعت کے مالک تھے اور بہادر شخصیت تھی، آنسو کبھی ان کی آنکھ میں نہ آئے تھے، لیکن خدا گواہ ہے میں نے چودھری صاحب کی آنکھوں میں پہلے کتری کی موت پر آنسو دیکھے ہیں۔ چودھری صاحب افسوس کے آنسو نہ چھپا سکے۔ کسی نے پوچھا چودھری صاحب ایسی کیا بات ہے؟ انہوں نے کہا ٹہلے کے گھر کی طرف جو میرے ڈیرے کی دیواریں ہیں وہ زمین سے لے کر چھت تک کمرے اناج اور فالتو اناج سے بھرے ہوئے ہیں۔ جب خدا مجھ سے پوچھے گا کہ تجھے اتنا فالتو اناج دے رکھا تھا اور تو نے اپنے پڑوس میں وہ آدمی بھوک سے کیوں مر گیا، تو میرے پاس اس کا کوئی جواب نہیں۔ خدا را میری بخشش کے لیے دعا کرو، میری بخشش خطرہ میں ہے۔ اس لیے
میں آپ کو مشورہ دوں گا کہ پڑوس میں حاجت مندوں کا ضرور خیال رکھیں. آپ کے والد صاحب دریا دل طبیعت کے آدمی تھے. یہ واقعہ مجھے یاد ہے اس لیے عرض کر دیا. جس دن چودھری صاحب نے وفات پائی میں نارووال میں تھا. اسی ہفتہ مجھے نارووال سے لاہور جانا پڑا. میں ملٹری کے ٹرک میں تھا. ارادہ کیا کہ چودھری صاحب ڈسکا میں چودھری صاحب کے ڈیرے پر جا کے افسوس کروں گا اور اس بڑے آدمی کے مرنے پر ماتم کروں گا جس نے ہم سب کو خیریت سے پہنچایا. لیکن اتفاق سے دھامی صاحب معاف کریا جی میں کیمرہ تھوڑا اتنے کر لگا. کیمرہ تھوڑا میں بولنا تھا بعد کیمرہ تھلے کر دیاں گا. اتفاق ایسا ہوا کہ ٹرک پسرور ہوائی اڈا کے نزدیک خراب ہو گیا اور میں ڈسکا آدھی رات کے قریب پہنچا. اس وقت آپ کے گھر پہنچ کر بے وقت تنگ کر کے اور دستک دینا مایوب سمجھتے ہوئے سیدھا آگے نکل گیا. لیکن یہ نہ سمجھیے گا کہ چودھری صاحب کا افسوس نہ تھا. ان کا غم آج بھی دل پہ لیے بیٹھا ہوں. یہ لکھنا بھول گیا ہوں کہ ایک دن میں چودھری صاحب کے پاس ان کے ڈیرا میں جو بر لبے سڑک تھا بیٹھا ہوا تھا تو چودھری صاحب نے پہلے ٹہلے کتری والی بات مجھے خود بھی سنائی تھی. اس بات کو گزرے کئی سال ہو چکے تھے پھر بھی چودھری صاحب کی آنکھوں میں آنسو آ گئے جو کہ ان کی طبیعت کے خلاف تھے. چودھری صاحب بہادر طبیعت کے آدمی تھے. اللہ تعالیٰ ان سے ضرور حسن سلوک کرے گا. چودھری صاحب باہر روک تھے. چودھری صاحب باہر روب تھے. غیور تھے, بہادر تھے, غنی تھے. یہ انہی کی بدولت تھا کہ پرانا ڈسکا کے ہندو بالکل محفوظ رہے اور انہیں یاد کرتے ہیں. آج بھی ان کے لیے دعائیں کرتے ہیں. خدا ان سے راضی ہو اور ضرور ہوگا. وہ ہماری حفاظت کرنے والے تھے. آپ کی والدہ صاحبہ کو فوت ہوئے 7 برس ہو چکے ہیں. دنیا میں انسان آتا ہے اور چلا جاتا ہے. اس میں کسی کا بس نہیں چلتا. تو یہ سب برداشت کرنے کے بغیر اور چارہ نہیں. بہت نیک خاتون تھی. خدا تعالیٰ اچھا سلوک کرے. بہت زیادہ لکھ دیا ہے. آپ پڑھتے ہوئے ضرور اکتا جائیں گے. معافی چاہتا ہوں میری طرف سے اور میرے بال بچوں کی طرف سے. اپنے بھائیوں, ان کے بال بچوں اور اپنے بچوں اور اپنی بیوی کو سلام عرض کریں. خیر اندیش, ماسٹر مول چند. میرے ابا جی دستے ہوندے سن ساڈے خاندان وچ گل ہوندی سی کہ ساری عمر چودھری صاحب ٹہلے خطرے دی موت نہیں بلا سکے. تو لوکاں نے انہوں نے کئی بار تسلی دین دی کوشش کی کہ جو صاحب تانوں تے پتہ نہیں سی تہاڈا کی قصور ہے. انہوں نے کہا نہ پتہ ہونا بھی میرا قصور ہے. نہ پتہ ہونا بھی میرا قصور ہے. مینوں خدا نے انہاں دا حاکم بنا کے کلیا ہے, انہاں دا رئیس بنا کے کلیا ہے, تے میری رعایا دا علم ہونا میری خوبی ہے اور نہ علم ہونا میرا قصور ہے. تو ساری عمر و موت تک میں دسنا کہ ابا جی سن میرے کہ ہمیشہ دادا جی لوکاں نوں سن کے دعا کرو میری بخشش ہو جائے کہ ٹہلے کتری دی موت بھوکنا ہو گئی ہے میرے علاقے تے مینوں پتہ نہیں سی. اے مینوں خدا بخشے. اور ساری عمر ٹہلا کتری نہیں بھلے ہو ساری عمر. تے ماسٹر مول چند صاحب نے بھی ਉਹਦਾ ذکر کیتا ہے. تے گل یہ کرن لگے ہاں کہ ہن سردار سنت سنگھ صاحب نو جدوں اتھوں انہاں وزیر آبادوں کڈ کے لے آئے تے ਉਹਦੇ ਵਿੱਚ بھی ایک سی کہ وہ اپنے نال ایک دو واقعات ہور بھی نے وہ تو میں بات سناواں گا لیکن چونکہ پہلا سردار امر سنگھ صاحب دی فیملی دا ذکر ہوندا پیا ہے. سردار سنت سنگھ صاحب اس زمانے تحصیلدار سن اور اس زمانے تحصیلدار ہونا بہت بڑا رتبہ ہوندا سی. سردار انہاں نو جدوں اوتھے وزیر آباد اگر تسی سرچ کرو گے وزیر آباد وچ ایک دن چ ٹرین وڈی گئی سی پوری. کئی 100 بندہ ماریا گیا سی, کئی 100 بندہ زخمی ہویا سی اور غالباً 15 اگست سی. اوتھے وزیر آباد جڑے ظلم ہوئے نے او دے وچ ایک بہت بڑا ذکر آندا ہے نظام آباد دے لوہار خاندان دا. انہاں دے متعلق کہندے نے کہ انہاں نے بہت ظلم کیتا سی اور وزیر آباد اور ارد گرد بہت بندے مارے سن.
15 ਅਗਸਤ ਨੂੰ। ਜਦੋਂ ਚੋਈ ਸਾਹਿਬ ਨੂੰ ਪਤਾ ਲੱਗਾ ਇਹ ਗੱਲ, ਤੇ ਚੋਈ ਸਾਹਿਬ ਨੇ ਉਸੇ ਵੇਲੇ ਆਪਣੀ ਗੱਡੀ ਕੱਢੀ, ਔਰ ਸਾਡੇ ਕੋਲ ਇੱਕ ਲਾਹੌਰ ਅੰਮ੍ਰਿਤਸਰ ਤੋਂ ਬੱਸ ਚੱਲਦੀ ਹੁੰਦੀ ਸੀ ਕਸ਼ਮੀਰ ਤੱਕ, ਨੰਦਾ ਬੱਸ ਸਰਵਿਸ, ਉਹਦਾ ਬੱਸ ਸਰਵਿਸ ਦਾ ਨਾਮ ਸੀ। ਉਹ ਤੁਹਾਡੇ ਪ੍ਰਾਈਮ ਮਿਨਿਸਟਰ ਇਨ ਇੰਡੀਆ ਦੇ ਗੁਲਜ਼ਾਰੀ ਲਾਲ ਨੰਦਾ ਸਾਹਿਬ ਜੀ, ਹਾਂਜੀ ਠੀਕ ਹੈ ਜੀ, ਸ਼ਾਰਟ ਪੀਰੀਅਡ ਵਾਸਤੇ ਰਹੇ ਨੇ 2 ਦਫਾ। ਉਹ ਉਹਨਾਂ ਦੀ ਬੱਸ ਸਰਵਿਸ ਸੀ। ਇੱਕ ਮੁਸਲਮਾਨ ਸਨ ਚੌਧਰੀ ਅਹਿਮਦ ਸਾਹਿਬ, ਉਹਨਾਂ ਨਾਲ ਰਲ ਕੇ ਉਹਨਾਂ ਬਣਾਈ ਸੀ, ਤੇ ਉਸ ਜ਼ਮਾਨੇ ਦੀ ਬੜੀ ਪਪੂਲਰ ਬੱਸ ਸਰਵਿਸ ਸੀ ਨੰਦਾ ਬੱਸ ਸਰਵਿਸ। ਉਹ ਇੱਕ ਗਾਣੇ ਵਿੱਚ ਵੀ ਆਈ ਹੈ ਨੰਦਾ ਬੱਸ ਸਰਵਿਸ, ਇੱਕ ਫਿਲਮ ਦੇ ਗਾਣੇ ਵਿੱਚ ਵੀ ਉਹਦਾ ਆਇਆ ਹੈ। ਉਹ ਤੁਹਾਨੂੰ ਅਗਰ ਮੈਨੂੰ ਲੱਭਾ ਤੇ ਤੁਹਾਨੂੰ ਮੈਂ ਗਾਣਾ ਵੀ ਕਰ ਲਾਂਗਾ ਜਿਹਦੇ ਵਿੱਚ ਉਹ ਨੰਦਾ ਬੱਸ ਸਰਵਿਸ ਦਿਸਦੀ ਹੈ। ਬਸ ਚੌਧਰੀ ਸ਼ਕੁਰਲਾ ਖਾਨ ਸਾਹਿਬ ਨੇ ਆਪਣੇ ਬੰਦਿਆਂ ਨੂੰ ਕਿਹਾ, ਕਿਉਂਕਿ ਚੌਧਰੀ ਸ਼ਕੁਰਲਾ ਖਾਨ ਡਸਕੇ ਦੇ ਮਾਲਕ ਸਨ ਔਰ ਉਹਨਾਂ ਦਾ ਸੁਰਸੂਸੀ ਤੂਤੀ ਬੋਲਦਾ ਸੀ, ਉਹਨਾਂ ਨੇ ਆਪਣੇ ਬੰਦਿਆਂ ਮੁਲਾਜ਼ਮਾਂ ਨੂੰ ਔਰ ਆਪਣੇ ਬਾਡੀਗਾਰਡਸ ਨੂੰ ਭੇਜਿਆ। ਉਹਨਾਂ ਨੇ ਕਿਹਾ ਕਿ ਨੰਦਾ ਬੱਸ ਸਰਵਿਸ ਦੀ ਬੱਸ ਜਿਹੜੀ ਹੈ ਉਹ ਖਾਲੀ ਕਰਾਓ ਅੱਡੇ ਦੇ ਉੱਤੇ। ਤੇ ਉਸ ਜ਼ਮਾਨੇ ਚੌਧਰੀ ਸ਼ਕੁਰਲਾ ਖਾਨ ਦਾ ਇਹ ਪੈਗਾਮ ਦੇਣਾ ਕਿ ਬੱਸ ਖਾਲੀ ਕਰ ਦਿਓ ਤੇ ਕਾਫੀ ਸੀ, ਕਿਸੇ ਦਾ ਤਰਲਾ ਕਰਨ ਦੀ ਲੋੜ ਨਹੀਂ ਸੀ। ਉਹਨਾਂ ਕਹਿੰਦੇ ਬੱਸ ਖਾਲੀ ਕਰ ਦਿਓ, ਬੱਸ ਖਾਲੀ ਸੀ। ਉਹਨਾਂ ਨੇ ਉਹ ਬੱਸ ਭਰੀ ਸੀ ਨਾਲ ਆਪਣੇ ਬੰਦਿਆਂ ਦੇ, ਆਪਣੇ ਬੰਦੇ ਵਿੱਚ ਭਾਏ ਸਨ, ਕਿਉਂਕਿ ਉੱਥੇ ਮਾਹੌਲ ਬਹੁਤ ਗਰਮ ਸੀ ਵਜ਼ੀਰਾਬਾਦ ਵਿੱਚ। ਤੇ ਚੌਧਰੀ ਸ਼ਕੁਰਲਾ ਖਾਨ ਸਾਹਿਬ ਨਾਲ ਢੋਲ ਵਾਲਾ ਬੰਦਾ ਲੈ ਕੇ ਗਏ ਸਨ। ਉਦੋਂ ਐਲਾਨ ਕਰਨ ਦਾ ਤਰੀਕਾ ਹੀ ਇੱਕ ਹੁੰਦਾ ਸੀ, ਢੋਲ ਤੇ ਐਲਾਨ ਹੁੰਦਾ ਸੀ, ਢੋਲ ਤੇ ਉਹ ਜਿਸ ਵੇਲੇ ਉੱਥੇ ਪਹੁੰਚੇ ਤੇ ਉਹਨਾਂ ਐਲਾਨ ਕੀਤਾ ਕਿ ਐਲਾਨ ਕਰ ਦਿੱਤਾ ਜਾਏ ਕਿ ਚੌਧਰੀ ਸ਼ਕੁਰਲਾ ਖਾਨ ਸਾਹਿਬ ਡਸਕੇ ਵਾਲੇ ਚੌਧਰੀ ਆ ਗਏ ਨੇ, ਔਰ ਉਹ ਕਹਿੰਦੇ ਨੇ ਕਿ ਸੰਤ ਸਿੰਘ ਵੱਲ ਕੋਈ ਬੰਦਾ ਨਾ ਵਧੇ। ਤੇ ਇਹਨਾਂ ਨੇ ਫਿਰ ਸਰਦਾਰ ਸੰਤ ਸਿੰਘ ਸਾਹਿਬ ਨੂੰ, ਜਿੱਥੇ ਉਹਨਾਂ ਘੇਰਾ ਪਾਇਆ ਹੋਇਆ ਸੀ, ਉੱਥੋਂ ਸੈਂਕੜੇ ਜਾਂ ਹਜ਼ਾਰਾਂ ਲੋਕਾਂ ਦੀ ਮੌਜੂਦਗੀ ਵਿੱਚ, ਜਿਹੜਾ ਬੜਾ ਚਾਰਜਡ ਕਰਾਊਡ ਸੀ, ਬੜਾ ਚਾਰਜ ਹੋਇਆ ਸੀ, ਉਹਨਾਂ ਦੇ ਵਿੱਚੋਂ ਉੱਥੋਂ ਉਹਨਾਂ ਨੂੰ ਕੱਢਿਆ ਸੀ। ਉਹ ਬਹਿਫਾਜ਼ਤ ਆਪਣੇ ਨਾਲ ਬਾ ਕੇ ਡਸਕੇ ਲੈ ਕੇ ਆਏ ਸਨ। ਔਰ ਜਿਹੜਾ ਵਜ਼ੀਰਾਬਾਦ ਹੈ ਉਹ ਜ਼ਿਲ੍ਹਾ ਗੁਜਰਾਂਵਾਲਾ ਹੈ, ਔਰ ਜਿਹੜਾ ਸਾਡਾ ਡਸਕਾ ਉਹ ਜ਼ਿਲ੍ਹਾ ਸਿਆਲਕੋਟ ਹੈ। ਯਾਨੀ ਇੱਕ ਜ਼ਿਲ੍ਹੇ ਚੋਂ ਜਾ ਕੇ ਦੂਜੇ ਜ਼ਿਲ੍ਹੇ ਚੋਂ ਜਾ ਕੇ ਸਰਦਾਰ ਸੰਤ ਸਿੰਘ ਸਾਹਿਬ ਨੂੰ ਲੈ ਕੇ ਆਏ ਸਨ। ਤੇ ਅਗਰ ਉਹਨਾਂ ਅੱਜ ਯਾਦ ਕੀਤਾ ਸਰਦਾਰ ਦਿਲਜੀਤ ਸਿੰਘ ਸਾਹਿਬ ਨੇ, ਉਹਨਾਂ ਦੇ ਬੇਟਿਆਂ ਨੇ, ਉਹਨਾਂ ਦੀ ਬਹੂ ਨੇ, ਤੇ ਸਾਡੇ ਵੱਲੋਂ ਵੀ ਉਹ ਸਾਡੀ ਭਰਜਾਈ ਨੇ, ਸਾਡੇ ਭਰਾ ਨੇ, ਚਾਚੇ ਜਿਹੜੇ ਨੇ ਉਹ ਸਾਡੇ ਚਾਚੇ ਨੇ। ਸਰਦਾਰ ਦਲਜੀਤ ਸਿੰਘ ਹੋਰੀ ਮੇਰੇ ਅੱਬਾ ਜੀ ਨਾਲੋਂ 2-3 ਸਾਲ ਛੋਟੇ ਸਨ, ਤੇ ਸਰਦਾਰ ਸੰਤ ਸਿੰਘ ਬਹੁਤ ਵੱਡੇ ਸਨ, ਉਹ ਮੇਰੇ ਅੱਬਾ ਜੀ ਉਹਨਾਂ ਨਾਲੋਂ ਬਹੁਤ ਵੱਡੇ ਸਨ, ਕੋਈ ਮੇਬੀ 20 ਸਾਲ ਵੱਡੇ ਹੋਣ, ਉਹ ਬਹੁਤ ਵੱਡੇ ਸਨ। ਤੇ ਉਹਨਾਂ ਦੀ ਮਿਹਰਬਾਨੀ, ਉਹਨਾਂ ਦੀ ਮੁਹੱਬਤ ਹੈ। ਅਗਰ ਉਹ ਯਾਦ ਕਰਦੇ ਨੇ, ਇੰਨੇ ਸਾਲਾਂ ਬਾਅਦ ਤਾਂ ਕੋਈ ਕਿਸੇ ਨੂੰ ਯਾਦ ਨਹੀਂ ਕਰਦਾ, ਤੇ ਉਹ ਕਰਦੇ ਨੇ, ਤੇ ਉਹਨਾਂ ਦੀ ਮਿਹਰਬਾਨੀ ਹੈ। ਸਾਡੇ ਦੀਦਾ ਦਿਲ ਫਰਸ਼ੇ ਰਾਮ ਉਹਨਾਂ ਵਾਸਤੇ ਜਦੋਂ ਮਰਜ਼ੀ ਆਉਣ। ਮੈਂ ਇਹੀ ਕਹਾਂਗਾ ਉਹਨਾਂ ਦਾ ਪਿੰਡ ਆਉਣ, ਜ਼ੈਲਦਾਰ ਨੇ ਆਉਣ, ਸਾਡੇ ਵੱਲ ਰਹਿਣ। ਕੋਈ ਲੋੜ ਨਹੀਂ ਕਿਸੇ ਹੋਟਲ 'ਚ ਜਾਣ ਦੀ, ਕਿਸੇ ਥਾਵਾਂ ਜਾਣ ਦੀ, ਕੋਈ ਬੁਕਿੰਗ ਕਰਾਉਣ ਦੀ ਨਹੀਂ ਲੋੜ। ਆਪਣਾ ਘਰ ਹੈ, ਅਮਰ ਸਿੰਘ ਦੇ ਪੁੱਤਰ ਆਉਣ, ਸ਼ਕੁਰਲਾ ਖਾਨ ਦੇ ਘਰ ਆਉਣ, ਕਿਸੇ ਵੱਲ ਕੋਈ ਜਾਣ ਦੀ ਲੋੜ ਨਹੀਂ। ਆਪਣਾ ਹਸਪਤਾਲ ਵੇਖਣ, ਜੋ ਜਿੱਥੇ ਜਾਣਾ ਚਾਹਣ ਜਾਣ, ਖੁਦਾ ਉਹਨਾਂ ਦੇ ਵੀਜ਼ੇ ਲਵਾਏ, ਸਭ ਕੁਝ ਕਰੇ। ਸਰਦਾਰ ਦਿਲਜੀਤ ਸਿੰਘ ਸਾਹਿਬ ਦਾ ਪੋਤਰਾ ਨਿਰਭੈਪਾਲ ਸਿੰਘ ਮੇਰੇ ਕੋਲ ਕੈਨੇਡਾ ਆਇਆ ਸੀ। ਨਿਰਭੈਪਾਲ ਸਿੰਘ ਕੈਨੇਡਾ ਆਇਆ, ਮੇਰੇ ਕੋਲ 2 ਦਫਾ ਆਇਆ। ਉਹ ਇਤਨੀ ਮੁਹੱਬਤ ਕਰਦਾ ਹੈ, ਚਾਚਾ ਜੀ ਕਹਿ ਕੇ ਹਰ ਵੇਲੇ। ਇਨੀ ਮੈਨੂੰ ਅੱਜ ਇੰਝ ਲੱਗਦਾ ਹੈ, ਸਾਡੇ ਨਾਲ ਗੱਲਾਂ ਕਰਦਾ, ਯਕੀਨ ਕਰੋ ਇੰਝ ਲੱਗਦਾ ਹੀ ਨਹੀਂ ਕੋਈ 73 ਸਾਲ ਦਾ ਵਿੱਚ ਕੋ ਪਾੜ ਪਿਆ ਹੋਇਆ ਹੈ। ਇੰਝ ਲੱਗਦਾ ਹੈ, ਮੈਨੂੰ ਇੰਝ ਲੱਗਦਾ ਹੈ ਕਿ ਜਿਵੇਂ ਮੈਂ ਪੁਰਾਣੇ ਡਸਕੇ ਚੋਂ ਸ਼ਕੁਰਲਾ ਖਾਨ ਸਾਹਿਬ ਦੇ ਡੇਰੇ ਬੈਠਾ ਤੇ ਸਰਦਾਰ ਅਮਰ ਸਿੰਘ ਦਾ ਪੋਤਰਾ ਨਵੇਂ ਡਸਕੇ ਉੱਠ ਕੇ ਆ ਗਿਆ ਕਿ ਆ ਚਾਚਾ ਜੀ ਆਓ। ਮੈਨੂੰ ਤਾਂ ਇੰਝ ਲੱਗਦਾ ਹੈ। ਉਹਦੀ ਸਾਲਗਿਰਾ ਸੀ, ਉਹ ਅਸਾਂ ਇਕੱਠੀ ਮਨਾਈ ਸਾਡੇ ਵੱਲ। ਉਹ ਆਪਣਾ ਉਹ ਬੜੀ ਪਿਆਰ ਮੁਹੱਬਤ, ਗੱਪ ਸ਼ਪ, ਇਕੱਠੇ ਖਾਂਦੇ ਪੀਂਦੇ ਸਾਰੇ, ਬੜੀ ਮੁਹੱਬਤ ਕਰਦਾ ਹੈ। ਅੱਲਾਹ ਤਾਲਾ ਉਹਨੂੰ ਕਾਮਯਾਬ ਕਰੇ, ਅੱਛਾ ਬੱਚਾ ਹੈ। ਤੇ ਇੱਕ ਹੋਰ ਸਰਦਾਰ ਅਮਰ ਸਿੰਘ ਸਾਹਿਬ ਦੇ ਕਜ਼ਨ ਸਨ, ਉਹਨਾਂ ਦਾ ਨਾਂ ਸੀ ਸਰਦਾਰ ਰਣਬੀਰ ਸਿੰਘ ਸਾਈ। ਸਰਦਾਰ ਅਮਰ ਸਿੰਘ ਸਾਹਿਬ ਦੇ ਕਜ਼ਨ ਸਨ ਸਰਦਾਰ ਰਣਬੀਰ ਸਿੰਘ ਸਾਈ, ਉਹ ਵੀ ਡਸਕੇ ਦੇ ਸਰਦਾਰਾਂ ਵਿੱਚ ਆਉਂਦੇ ਸਨ। ਸਰਦਾਰ ਅਮਰ ਸਿੰਘ ਸਾਹਿਬ ਦੇ ਨਾਲ ਹੀ ਸਨ ਉਹਨਾਂ ਦੇ। ਸਰਦਾਰ ਰਣਬੀਰ ਸਿੰਘ ਸਾਹਿਬ ਦੀ ਭੈਣ ਵਿਆਹੀ ਸੀ ਸਰਦਾਰ ਗੁਰਬਚਨ ਸਿੰਘ ਬਾਜਵਾ ਸਾਹਿਬ ਨਾਲ, ਜਿਹੜੇ ਸਰਦਾਰ ਤ੍ਰਿਪਤ ਸਿੰਘ ਬਾਜਵਾ ਸਾਹਿਬ ਦੇ ਵਾਲਿਦ ਸਾਹਿਬ ਨੇ। ਯਾਨੀ ਕਿ ਸਰਦਾਰ ਤ੍ਰਿਪਤ ਸਿੰਘ ਸਾਹਿਬ ਬਾਜਵਾ ਦੇ ਜਿਹੜੇ ਅਸੀਂ ਨਾਨਕੇ ਆ, ਉਹਨਾਂ ਦੇ ਡਸਕੇ ਵਾਲੇ ਸਾਈ, ਅਸੀਂ ਉਹਨਾਂ ਦੇ ਨਾਨਕੇ ਆ। ਸਾਡੀ ਤੁਸੀਂ ਕਹਿ ਲਓ ਕਿ
ਸਰਦਾਰ ਗੁਰਬਚਨ ਸਿੰਘ ਵੱਲ ਸਾਡੇ ਅੱਬਾ ਜੀ ਦੀ ਫੁੱਫੀ ਸੀ, ਇੰਜ ਕਹਿ ਲਓ। ਸਰਦਾਰ ਗੁਰਬਚਨ ਸਿੰਘ ਸਾਹਿਬ ਵੀ ਪ੍ਰੀ ਪਾਰਟੀਸ਼ਨ MLA ਰਹੇ ਨੇ, ਪੰਜਾਬ ਅਸੈਂਬਲੀ ਦੇ ਮੈਂਬਰ ਰਹੇ ਨੇ ਪ੍ਰੀ ਪਾਰਟੀਸ਼ਨ। ਇਹ ਕੋਟਲੀ ਬਾਜਵੇ ਦੇ ਸਨ, ਕੋਟਲੀ ਬਾਜਵੇ ਦੇ। ਤੇ ਸਰਦਾਰ ਬਾਅਦ ਚ ਸਰਦਾਰ ਰਣਬੀਰ ਸਿੰਘ ਸਾਹਿਬ ਦੇ ਬੇਟੇ ਭਾਈ ਅਮਰਜੀਤ ਸਿੰਘ ਸਾਈ ਤੁਹਾਡੇ ਕੋਲੋਂ MLA ਵੀ ਹੋਏ ਨੇ ਦਸੂਹੇ ਤੋਂ। ਬਿਲਕੁਲ ਜੀ ਜੀ, ਉਹ ਸਰਦਾਰ ਅਮਰ ਸਿੰਘ ਸਾਹਿਬ ਜ਼ੈਲਦਾਰ ਦੇ ਭਤੀਜੇ ਸਨ, ਉਹਨਾਂ ਦੇ ਕਜ਼ਨ ਸਰਦਾਰ ਰਣਬੀਰ ਸਿੰਘ ਸਾਹਿਬ ਦੇ ਪੁੱਤਰ ਸਨ। ਸਰਦਾਰ ਅਮਰਜੀਤ ਸਿੰਘ ਸਾਡੇ ਘਰ ਡਸਕਾ ਵੀ ਤਸ਼ਰੀਫ ਲਿਆਏ ਸਨ, ਸਾਡੇ ਘਰ ਡਸਕਾ ਵੀ ਤਸ਼ਰੀਫ ਲਿਆਏ ਸਨ। ਬਲਕਿ ਉਸ ਦਿਨ ਮੈਂ ਔਰ ਮੇਰਾ ਭਾਈ ਮੁਹੰਮਦ ਘਰ ਨਹੀਂ ਸਾਂ, ਤੇ ਮੇਰੀ ਵਾਲਿਦਾ ਘਰ ਸਨ, ਔਰ ਸਾਡੀਆਂ ਬੀਵੀਆਂ, ਮੇਰੇ ਔਰ ਮੁਹੰਮਦ ਦੋਵਾਂ ਭਰਾਵਾਂ ਦੀਆਂ ਬੀਵੀਆਂ ਘਰ ਸਨ। ਤੇ ਉਹ ਆਏ ਤੇ ਸਾਡੇ ਮੁਲਾਜ਼ਮ ਦੱਸਦੇ ਨੇ ਕਿ ਜਿਸ ਵੇਲੇ ਉਹ ਸਾਡੇ ਡੇਰੇ ਵੜਨ ਲਗੇ ਤੇ ਉਹਨਾਂ ਜ਼ਮੀਨ ਨੂੰ ਹੱਥ ਲਾ ਕੇ ਤੇ ਆਪਣੇ ਮੱਥੇ ਤੇ ਹੱਥ ਲਾਏ, ਤੇ ਉਹਨਾਂ ਕਿਹਾ ਕਿ ਅੱਜ ਅਸੀਂ ਆਪਣੇ ਚੀਫ ਦੇ ਜਾਂ ਆਪਣੇ ਸਰਦਾਰਾਂ ਦੇ ਜਾਂ ਆਪਣੇ ਵੱਡਿਆਂ ਦੇ ਘਰ ਆਣ 73 ਸਾਲ ਬਾਅਦ ਆਏ ਆ। ਬੜੀ ਮੁਹੱਬਤ ਉਹਨਾਂ ਕੀਤੀ। ਖੈਰ ਉਹ ਜਦੋਂ ਆਏ ਤੇ ਉਸ ਤੋਂ ਬਾਅਦ ਅਸੀਂ ਜਦੋਂ ਨਾ ਲੱਭੇ ਤੇ ਉਹਨਾਂ ਨੇ ਆਪਣੀ ਡਿਊਟੀ ਪੂਰੀ ਕਰਤੀ। ਅੱਛਾ, ਜਦੋਂ ਆਏ ਅਸੀਂ ਨਾ ਲੱਭੇ, ਉਹਨਾਂ ਨੇ ਕਿਹਾ ਜੀ ਸਾਡੀ ਦੀ ਪਿਆਸ ਪੂਰੀ ਨਹੀਂ ਹੋਈ, ਅਸੀਂ ਫੇਰ ਆਵਾਂਗੇ ਹੁਣ ਬਾਬਰ ਮੁਹੰਮਦ ਜਦੋਂ ਦੋਵੇਂ ਭਰਾ ਆਉਣਗੇ, ਤੇ ਹੁਣ ਸਾਨੂੰ ਦੱਸੋ ਕਿ ਕਿੱਦਾਂ ਆਉਣਗੇ ਉਹ। ਇੰਨੀ ਦੇਰ ਚ ਉਹ ਫਿਰ ਸਾਨੂੰ ਫੋਨ ਸ਼ੋਨ ਕੋ ਦੇ ਗਏ, ਅਸੀਂ ਉਹਨਾਂ ਦੇ ਲੈ ਲੈ ਰਾਬਤਾ ਹੋ ਗਿਆ, ਦੁਬਾਰਾ ਫੇਰ ਉਹ ਡਸਕੇ ਆਏ, ਯਾਨੀ ਲਾਹੌਰ ਜਾ ਕੇ ਦੁਬਾਰਾ ਫੇਰ ਵਾਪਸ ਡਸਕੇ ਆਏ। ਫਿਰ ਸਾਰਾ ਦਿਨ ਸਾਡੇ ਵੱਲ ਗੁਜ਼ਾਰਿਆ। ਤੇ ਧਾਮੀ ਸਾਹਿਬ ਤੁਸੀਂ ਯਕੀਨ ਕਰੋ ਕਿ ਉਹਨਾਂ ਦੇ ਨਾਲ ਸਰਦਾਰ ਭੁਪਿੰਦਰ ਸਿੰਘ ਚੀਮਾ ਸਾਹਿਬ ਵੀ ਆਏ ਸਨ, 100 ਵਾਲੇ ਤੋਂ, 100 ਵਾਲੇ ਦੇ ਰਹਿਣ ਵਾਲੇ ਸਨ, ਉੱਥੋਂ ਦਸੂਹੇ ਤੋਂ। ਤੇ ਨਾਲ ਗੁਰਜੀਤ ਸਿੰਘ ਸਾਈ ਸਾਹਿਬ ਵੀ ਆਏ ਸਨ, ਉਹ ਵੀ ਸਾਡੇ ਡਸਕੇ ਦੇ ਸਨ, ਉਹਨਾਂ ਦੇ ਵਾਲੇ ਸਾਹਿਬ ਇੱਥੋਂ ਗਏ ਸਨ। ਤੇ ਭਾਈ ਅਮਰਜੀਤ ਨੇ ਜਦੋਂ ਸਾਡੇ ਘਰ ਆਏ ਤੇ ਉਹ ਉੱਥੋਂ ਬਜ਼ੁਰਗਾਂ ਨੂੰ ਮਿਲ ਕੇ ਆਏ ਸਨ, ਜਿਹੜੇ ਉਦੋਂ 2-4 ਸਾਡੇ ਬਾਬੇ ਉੱਥੇ ਕੋਈ ਸਿੱਖ ਜ਼ਿੰਦਾ ਹੈ ਸਨ ਉਸ ਵੇਲੇ। ਤੇ ਭਾਈ ਅਮਰਜੀਤ ਨੂੰ ਸਾਡੇ ਦਾਦਿਆਂ ਦੇ ਮੁਲਾਜ਼ਮਾਂ ਦੇ ਨਾਮ ਹੀ ਆਉਂਦੇ ਸਨ, ਜਿਹੜੇ ਸਾਡੇ ਦਾਦੇ ਦੇ ਮੁਰਸ਼ੀ ਹੁੰਦੇ ਸਨ, ਬਾਬਾ ਗੋਨੀ ਤੇ ਮੌਲਵੀ ਸ਼ਫੀ, ਦੋਵਾਂ ਜਿਹੜੇ ਬਾਬੇ ਜੁਮੇ ਦੇ ਪੁੱਤਰ ਸਨ, ਉਹਨਾਂ ਦੋਵਾਂ ਦੇ ਨਾਲ ਇਹਨਾਂ ਨੇ ਆ ਕੇ ਇਹਨਾਂ ਦੋਵਾਂ ਦਾ ਭਾਈ ਅਮਰਜੀਤ ਨੇ, ਉਹਨੇ ਕਿਹਾ ਬਾਬਾ ਗੋਨੀ ਤੇ ਮੌਲਵੀ ਸ਼ਫੀ ਹੁੰਦੇ ਸਨ। ਮੈਂ ਕਿਹਾ ਬਿਲਕੁਲ ਹੁੰਦੇ ਸਨ ਉਹ ਮੇਰੇ ਦਾ। ਤੇ ਉਹਨਾਂ ਦਾ ਹੋਰ ਬੜੀਆਂ ਗੱਲਾਂ ਉਹ ਪੁੱਛ ਕੇ ਆਏ ਸਨ ਉਹ। ਤੇ ਉਹ ਫਿਰ ਹਸਪਤਾਲ ਵੀ ਗਏ ਸਨ, ਉੱਥੇ ਸਰਦਾਰ ਅਮਰ ਸਿੰਘ ਸਾਹਿਬ ਦੀ ਪਲੇਟ ਵੀ ਵੇਖ ਕੇ ਆਏ ਸਨ ਪਹਿਲੇ ਟ੍ਰਿਪ ਵਿੱਚ ਹੀ। ਫਿਰ ਬਾਅਦ ਵਿੱਚ ਭਾਈ ਅਮਰਜੀਤ ਨੂੰ ਫਿਰ ਅਸੀਂ ਲੈ ਕੇ ਲਾਹੌਰ ਵੀ ਗਏ, ਫਿਰ ਅਸੀਂ ਅਨਾਰਕਲੀ ਇੱਧਰ ਉੱਧਰ ਫਿਰਦੇ ਵੀ ਰਹੇ, ਫਿਰ ਅਸੀਂ ਉਹਨਾਂ ਨਾਲ ਨਨਕਾਣੇ ਵੀ ਗਏ ਤੇ ਉਹਨਾਂ ਦੇ ਨਾਲ। ਤੇ ਬੜਾ ਮੁਹੱਬਤ ਕਰਨ ਵਾਲਾ ਬੰਦਾ ਸੀ। ਤੇ ਭਾਈ ਅਮਰਜੀਤ ਚ ਗੱਲ ਮੈਂ ਭਾਈ ਮੇਰੀ ਮੁਲਾਕਾਤ ਉਹਨਾਂ ਇੱਕੋ ਸੀ, ਉਸ ਤੋਂ ਬਾਅਦ ਜਾ ਕੇ ਉਹ MLA ਵੀ ਹੋ ਗਏ, ਬਾਅਦ ਚ ਫੌਤ ਹੋ ਗਏ ਉਹ। ਲੇਕਿਨ ਬੜਾ ਤਕੜਾ ਬੰਦਾ ਸੀ ਭਾਈ ਅਮਰਜੀਤ, ਤਕੜਾ ਬੰਦਾ ਸੀ, ਮੈਨੂੰ ਡਾਢੇ ਹੱਡ ਦਾ ਬੰਦਾ ਲੱਗਦਾ ਸੀ। ਬਲਕਿ ਚਲੋ ਉਹ ਲਾਹੌਰ ਅਸੀਂ ਗਏ, ਇੱਕ ਜੁੱਤੀਆਂ ਲੈਣੀ ਸਨ ਉਹਨਾਂ ਨੇ, ਇੱਕ ਪਿਸ਼ਾਵਰੀ ਚੱਪਲ ਸੀ ਉਹ ਲੈਣੀ ਸੀ। ਉਹ ਖੈਰ ਬੜੀ ਮਜ਼ੇਦਾਰ ਗੱਲਾਂ ਹੁੰਦੀਆਂ ਨਹੀਂਆਂ। ਉਹਨਾਂ ਕਿਹਾ ਚੰਗੀ ਮੈਨੂੰ ਜੁੱਤੀ ਦੇਈ ਨਾ ਹੋਵੇ ਮੈਂ ਉੱਥੇ ਇੰਡੀਆ ਜਾ ਕੇ ਵੀ ਉਹਨੇ ਕਿਹਾ ਤੇਰੀ ਦੁਕਾਨ ਦਾ ਨਾਂ ਲੈ ਕੇ ਉਲਾਮਾ ਦਿੰਦਾ ਰਿਹਾ ਕਿ ਚੰਗੀ ਜੁੱਤੀ ਨਹੀਂ ਸੀ ਦਿੱਤੀ। ਤੇ ਉਹ ਭਾਈ ਅਮਰ ਬਾਅਦ ਚ ਮੇਰਾ ਭਾਈ ਮੁਹੰਮਦ ਨਸਰੁੱਲਾ ਖਾਨ ਮੇਰਾ ਛੋਟਾ ਭਾਈ ਸੀ, 2 ਭਾਈਆਂ, ਉਹ ਇੰਡੀਆ ਗਿਆ ਸੀ ਭਾਈ ਜੀ, ਭਾਈ ਧਾਮੀ ਸਾਹਿਬ ਇੰਡੀਆ ਗਿਆ ਸੀ ਉਹ ਮੇਰਾ ਖਿਆਲ 2007 ਵਿੱਚ। ਕਿਉਂਕਿ ਐਗਜ਼ੈਕਟ ਡੇਟ ਮੈਨੂੰ ਤਾਂ ਯਾਦ ਹੈ ਕਿ ਜਿਸ ਦਿਨ ਉਹ ਭਾਈ ਅਮਰਜੀਤ ਉਹਨਾਂ ਨਾਲ ਦਸੂਹੇ ਸੀ, ਉਸ ਦਿਨ ਸਾਡੀ ਪ੍ਰਾਈਮ ਮਿਨਿਸਟਰ ਬੇਨਜ਼ੀਰ ਭੁੱਟੋ ਸਾਹਿਬਾ ਸ਼ਹੀਦ ਹੋਏ ਸੀ। ਭੁੱਟੋ ਸਾਹਿਬ ਸ਼ਹੀਦ ਤੇ ਹਮਲਾ ਹੋਇਆ ਸੀ, ਖੁਦਕੁਸ਼ੀ ਧਮਾਕਾ, ਤੋਂ ਸ਼ਹੀਦ ਹੋ ਗਏ ਸਨ। ਤੇ ਉਸ ਦਿਨ ਉੱਥੇ ਸੀ। ਤੇ ਬਲਕਿ ਮੇਰਾ ਭਾਈ ਦੱਸਦਾ ਹੈ ਕਿ ਉਹ ਬੜਾ ਢੋਲ ਔਰ ਹਾਰ ਔਰ ਪੂਰਾ ਵਜਾ ਰਹੇ ਸਨ। ਤੇ ਜਿਸ ਵੇਲੇ ਖਬਰ ਆਈ ਕਿ ਪ੍ਰਾਈਮ ਮਿਨਿਸਟਰ ਪਾਕਿਸਤਾਨ ਜਿਹੜੀ ਨੇ ਸ਼ਹੀਦ ਹੋ ਉਹ ਉੱਥੇ ਸ਼ਹੀਦ ਹੋ ਗਏ ਨੇ, ਤੇ ਪ੍ਰਾਈਮ ਮਿਨਿਸਟਰ ਨਹੀਂ ਸੀ ਉਹਨਾਂ ਦਿਨਾਂ ਵਿੱਚ, ਪਹਿਲਾਂ ਪ੍ਰਾਈਮ ਮਿਨਿਸਟਰ ਰਹੀ ਹੋਈ ਸੀ, ਤੇ ਉਹ ਸ਼ਹੀਦ ਹੋ ਗਏ ਨੇ। ਤੇ ਉਸੇ ਵੇਲੇ ਫਿਰ ਢੋਲ ਢਮਕਾ ਬੰਦ ਕਰਤਾ ਗਿਆ ਸੀ। ਲੇਕਿਨ ਉਹ ਦਿਨ ਤਾਂ ਯਾਦ ਰਹਿ ਗਿਆ, ਉਹ ਤਾਰੀਖ ਲੱਭਣੀ ਔਖੀ ਹੁੰਦੀ ਹੈ, ਉਹ ਦਿਨ ਤਾਂ ਯਾਦ ਰਹਿ ਗਿਆ ਕਿ ਉਸ ਦਿਨ ਬੇਨਜ਼ੀਰ ਭੁੱਟੋ ਸ਼ਹੀਦ ਹੋਏ ਸਨ। ਤੇ ਉਹਨਾਂ ਨੇ ਬੜਾ ਮੁਹੰਮਦ ਦਾ ਇਸਤਕਬਾਲ ਕੀਤਾ। ਜਦੋਂ ਮੁਹੰਮਦ ਮੇਰਾ ਭਾਈ ਇੰਡੀਆ ਗਿਆ ਤੇ ਕਾਦੀਆਨ ਸਰਦਾਰ ਤ੍ਰਿਪਤ ਸਿੰਘ ਬਾਜਵਾ ਸਾਹਿਬ ਦੇ ਘਰ ਠਹਿਰਿਆ ਸੀ, ਉਹਨਾਂ ਬਾਜਵਾ ਸਾਹਿਬ ਦੇ ਘਰ, ਕਿਉਂਕਿ ਸਰਦਾਰ ਇਹਨਾਂ ਦੇ ਵਾਲੇ ਸਰਦਾਰ ਗੁਰਬਚਨ ਸਿੰਘ ਜਿਹੜੇ ਸਨ ਉਹ ਸਾਡੇ ਵੱਡਿਆਂ ਦੇ ਪੁਰਾਣੇ ਤਾਲੁਕ ਵਾਲੇ ਸਨ, ਕੋਟਲੀ ਬਾਜਵੇ ਦੇ ਸਨ, MLA ਵੀ ਰਹੇ ਸਨ ਸਰਦਾਰ ਗੁਰਬਚਨ ਸਿੰਘ ਸਾਹਿਬ ਪ੍ਰੀ ਪਾਰਟੀਸ਼ਨ। ਤੇ ਦੂਸਰਾ ਸਾਡੇ ਨਾਲ ਉਹਨਾਂ ਦੀ ਰਿਸ਼ਤੇਦਾਰੀ ਵੀ ਸੀ, ਕਿਉਂਕਿ ਉਹਨਾਂ ਦੀ ਵਾਲਦਾ ਜੀ ਵੀ ਸਾਡੇ ਡਸਕੇ ਦੇ ਸਨ,
ਉਹਦੀ ਵਾਲਦਾ ਸੈਨ ਸਨ, ਸਾਡੀ ਬਰਾਦਰੀ ਚੋਂ ਸਰਦਾਰ ਅਮਰਜੀਤ ਸਿੰਘ ਸਾਹਿਬ ਦੀ ਫੁੱਫੀ ਸਨ ਉਹਨਾਂ ਦੀ ਵਾਲਦਾ। ਤੇ ਹੁਣ ਬਾਅਦ ਵਿੱਚ ਭਾਈ ਅਮਰਜੀਤ ਦੀ ਵਫਾਤ ਤੋਂ ਬਾਅਦ ਉਹ ਸਾਡੀ ਭਾਬੀ ਨੇ ਇਲੈਕਸ਼ਨ ਲੜਿਆ, ਉਹ ਵੀ ਐਮਐਲਏ ਰਹੇ, ਮਿਸਿਸ ਅਮਰਜੀਤ ਸਿੰਘ ਐਮਐਲਏ ਰਹੇ। ਤੇ ਹੁਣ ਉਹਨਾਂ ਦਾ ਬੇਟਾ ਜਿਹੜਾ ਉਹ ਸਾਡਾ ਭਤੀਜਾ ਲੱਗਦਾ, ਉਹ ਵੀ ਸਿਆਸਤ ਥੋੜਾ ਬਹੁਤ ਹਿੱਸਾ ਲੈਂਦਾ ਹੈ। ਖੁਦਾ ਉਹਨਾਂ ਦੇ ਕਾਮਯਾਬ ਕਰੇ ਔਰ ਹਿਫਾਜ਼ਤ ਫਰਮਾਏ। ਸਾਡੇ ਆਪਣੇ ਜੀ ਨੇ, ਉਹ ਸਾਡੇ ਆਪਣੇ ਨੇ, ਸਾਡੀਆਂ ਉਹਨਾਂ ਨਾਲ ਦੁਆਵਾਂ ਨੇ, ਖੁਸ਼ ਰੱਖੇ, ਆਬਾਦ ਰੱਖੇ, ਉਹਨਾਂ ਦੇ ਰਿਜ਼ਕ 'ਚ ਇਜ਼ਾਫਾ ਦੇਵੇ, ਉਹਨਾਂ ਦੇ ਦਸਤਰਖਾਨ ਵਸੀ ਕਰੇ, ਅਮਨ ਦੀ ਜ਼ਿੰਦਗੀ ਦੇਵੇ। ਹੁਣ ਲੀਕਾਂ ਤੇ ਪੈ ਗਈਆਂ, ਜੋ ਵੀ ਪੰਜਾਬ ਤਕਸੀਮ ਹੋਣ ਦੀ ਤਕਲੀਫ ਵੀ ਬੜੀ ਹੈ। ਹੁਣ ਬੋਝਲ ਦਿਲ ਨਾਲ ਅਸੀਂ ਇਹ ਕਹਿੰਦੇ ਹਾਂ, ਚਲੋ ਲੀਕ ਪੈ ਗਈ ਹੈ, ਸਾਨੂੰ ਇਤਰਾਮ ਵੀ ਕਰਨਾ ਚਾਹੀਦਾ ਹੈ, ਲੇਕਿਨ ਬਾਰਡਰਸ ਸੌਫਟ ਹੋਣੇ ਚਾਹੀਦੇ ਨੇ। ਯੂਰਪ ਵਾਂਗੂ ਤੁਸੀਂ ਇੱਕ ਮੁਲਕ ਦਾ ਵੀਜ਼ਾ ਲਓ, ਜਰਮਨੀ ਦਾ 10-12 ਮੁਲਕ ਫੇਰ ਆਓ, ਠੀਕ ਹੈ। ਅਸੀਂ ਕਹਿੰਦੇ ਹਾਂ ਮੁਲਕਾਂ ਦੀ ਸਰਹੱਦਾਂ ਆਪਣੀ ਆਪ ਹੀ ਰੱਖੀਏ, ਆਪਣੀ ਹਿਫਾਜ਼ਤ ਵੀ ਕਰੀਏ, ਲੇਕਿਨ ਨਰਮ ਹਾਲਾਤ ਕਰੀਏ, ਸੌਫਟ ਬਾਰਡਰਸ ਕਰੀਏ। ਇੱਥੇ ਕੈਨੇਡਾ ਅਮਰੀਕਾ ਵਿੱਚ ਤੁਸੀਂ ਆਪਣੀ ਆਈਡੀ ਕਾਰਡ ਵਿਖਾਓ ਔਰ ਪਰਲੇ ਪਾਸ ਚਲੇ ਜਾਓ, ਅੰਦਰਾਜ ਕਰਨਗੇ ਔਰ ਪਰਲੇ ਪਾਸ ਚਲੇ, ਇਸ ਤਰ੍ਹਾਂ ਹੀ ਆਓ, ਕੋਈ ਰੌਲਾ ਨਹੀਂ। ਯੂਰਪ ਵਿੱਚ ਸਾਰੇ ਤੁਸੀਂ ਚਲੋ ਥੋੜਾ ਜਿਹਾ ਡਾਢੇ ਕਰ ਲਓ ਇੱਕ ਦੂਜੇ ਨਾਲ, ਆਈਡੀ ਕਾਰਡ ਤੋਂ ਵੱਧ ਕਰ ਲਓ, ਖੁਦਾ ਦਾ ਵਾਸਤਾ ਲੋਕਾਂ ਨੂੰ ਆਉਣ ਜਾਣ ਦਿਓ ਦੋਵਾਂ ਪਾਸੇ, ਪਾਕਿਸਤਾਨ ਵੀ ਇੰਡੀਆ ਵੀ। ਲੋਕ ਹੁਣ ਜਿਹੜੇ ਗਏ ਸਨ 47 ਵਿੱਚ, 73 ਸਾਲ ਹੋ ਗਏ ਨੇ, ਹੁਣ ਤੇ ਟਾਵਾਂ ਕੋਈ ਜਿਉਂਦਾ ਹੋਏਗਾ। ਇਹਨਾਂ ਦੋਵਾਂ ਗਵਰਨਮੈਂਟਾਂ ਨੂੰ ਇੱਕ ਪਾਲਿਸੀ ਬਣਾ ਦੇਣੀ ਚਾਹੀਦੀ ਹੈ ਕਿ ਜਿਹੜਾ 47 ਵਿੱਚ ਬੱਚਾ ਪੈਦਾ ਹੋਇਆ ਸੀ ਉਹ ਆ ਕੇ ਵੀਜ਼ਾ ਲੈ ਲੈ। ਪਹਿਲਾਂ ਵੀਜ਼ਾ ਲੈ ਲੈ, ਆਏ ਵੀਜ਼ਾ ਲੈ ਲੈ, ਸਿੱਧਾ ਆਪਣੀ ਡੇਟ ਆਫ ਬਰਥ ਵਿਖਾਏ ਕਿ ਮੈਂ ਉਧਰ ਜੰਮਿਆ ਸਾਂ, ਹਿੰਦੁਸਤਾਨ ਜਿਹੜੇ ਜੰਮੇ ਸਨ ਮੁਸਲਮਾਨ ਜਿਹੜੇ ਉਧਰੋਂ ਆਏ ਨੇ ਵਿਚਾਰੇ, ਉਹਨਾਂ ਨੂੰ ਇੰਡੀਆ ਵੀਜ਼ੇ ਦੇਵੇ। ਇੰਨਾ ਕਾਫੀ ਹੈ ਕਿ ਮੈਂ 14 ਅਗਸਤ ਤੋਂ ਪਹਿਲਾਂ ਜੰਮਿਆ, ਉਹਨਾਂ ਨੂੰ ਤੇ ਫੌਰੀ ਤੌਰ ਤੇ ਦਿਓ, ਉਹਨਾਂ ਨੂੰ ਤੇ ਬਗੈਰ ਹਿਸਾਬ ਕਿਤਾਬ ਦੇ ਦਿਓ। ਉਹਨਾਂ ਨੂੰ ਕੀ ਉਹਨਾਂ ਬਾਬਿਆਂ ਤੁਹਾਡੀ ਜਸੂਸੀਆਂ ਕਰ ਲੈਣੀਆਂ ਤੇ ਕੀ ਕਰ ਲੈਣਾ। ਹੁਣ ਇੱਕ ਦੂਜੇ ਲੁਕਾਣਾ ਕੀ ਜੇ, ਕਿਹੜਾ ਸੈਟਲਾਈਟ ਦੇ ਜ਼ਰੀਏ ਪਤਾ ਨਹੀਂ ਕਿ ਕਿਹਦੇ ਕੋਲ ਕੀ ਕੁਝ ਹੈ। ਉਹਨਾਂ ਨੂੰ ਤੇ ਦਿਓ ਵੀਜ਼ੇ ਬੁੱਢਿਆਂ ਬਾਬਿਆਂ ਨੂੰ, ਤੇ ਜਿਹੜੇ ਉਹਨਾਂ ਦੀ ਔਲਾਦਾਂ ਵੀ ਨੇ ਉਹਨਾਂ ਨੂੰ ਵੀਜ਼ੇ ਦਿਓ ਆਰਾਮ ਨਾਲ। ਲੋਕਾਂ ਨੂੰ ਪਿੰਡ ਹਾਲਾਤ ਵੇਖਣ ਦਿਓ। ਕੋਈ ਹੁਣ ਦੁਨੀਆ ਕਿਤੇ ਦੇ ਕਿਤੇ ਪਹੁੰਚ ਗਈ ਹੈ, ਸੋਸ਼ਲ ਮੀਡੀਆ ਨੇ, ਵੀ ਹੈਵ ਬਿਕਮ ਅ ਸਮਾਲ ਗਲੋਬਲ ਵਿਲੇਜ ਨਾਓ, ਇੱਕ ਗਲੋਬਲ ਵਿਲੇਜ ਬਣ ਗਿਆ, ਆਉਣ ਜਾਣ ਦਿਓ। ਹੁਣ ਮੈਂ ਉਹਨਾਂ ਲੋਕਾਂ ਦੀ ਮੁਹੱਬਤ ਵੇਖੀ ਹੈ। ਤੁਸੀਂ ਵੇਖੋ ਸਰਦਾਰ ਦਿਲਜੀਤ ਸਿੰਘ ਸਾਹਿਬ ਨੇ ਕਿਹਾ ਹੈ, ਤੁਹਾਨੂੰ ਉਸ ਹਾਲਤ ਵਿੱਚ ਉਹਨਾਂ ਦੀ ਯਾਦਦਾਸ਼ਤ ਕਾਫੀ ਅਸਰ ਹੋਇਆ ਹੈ। ਉਹਨਾਂ ਕਿਹਾ, ਉਹਨਾਂ ਬੜੇ ਅਨਖ ਨਾਲ, ਮੈਂ ਖੁਦ ਚੌਧਰੀ ਦਾ ਪੁੱਤਰ ਹਾਂ, ਬੇਸ਼ੱਕ ਮੈਂ ਹੁਣ ਚੌਧਰੀ ਨਹੀਂ ਰਿਹਾ ਹੋਇਆ, ਲੇਕਿਨ ਮੈਂ ਉਹ ਗੱਲ ਸਮਝਣਾ, ਉਹ ਜਿਹੜੀ ਗੱਲ ਕਰਨ ਉਹ ਵੀ ਸਮਝਣਾ, ਜਿਹੜੀ ਉਹ ਗੱਲ ਨਾ ਵੀ ਕਰਨ ਮੈਂ ਉਹ ਵੀ ਸਮਝਣਾ, ਮੇਰੇ ਜ਼ਿਹਨ 'ਚ ਉਹ ਸਮਝਣਾ ਮੈਂ ਪੂਰਾ। ਉਹਨੇ ਕਿਹਾ, ਉਹਨਾਂ ਤੁਹਾਨੂੰ ਕਿਹਾ ਸਾਡੀ ਬੜੀ ਉੱਥੇ ਜਾਇਦਾਦ ਸੀ, ਜਾਇਦਾਦ ਬਹੁਤ ਸੀ। ਸਹੀ ਕਹਿੰਦਾ ਹੈ, ਸਹੀ ਕਹਿੰਦਾ ਬੰਦਾ। ਉਹ ਸਰਦਾਰ ਦਾ ਪੁੱਤਰ ਸੀ, ਸਰਦਾਰ ਇਬਨੇ ਸਰਦਾਰ ਸੀ, ਇਬਨੇ ਸਰਦਾਰ ਸੀ, ਇਬਨੇ ਸਰਦਾਰ ਸੀ। ਇਹਨਾਂ ਤੇ ਉਹਨਾਂ ਨੂੰ ਉਹ ਬਹਰਹਾਲ ਮੈਂ ਡਸਕੇ ਵੱਲੋਂ ਉਹਨਾਂ ਨੂੰ ਸਲਾਮ ਪੇਸ਼ ਕਰਨਾ, ਉਹਨਾਂ ਦੇ ਬਜ਼ੁਰਗਾਂ ਦੇ ਨੂੰ ਵੀ ਸਲਾਮ ਪੇਸ਼ ਕਰਨਾ। ਬੜੇ ਚੰਗੇ ਕਰਮ ਸਨ, ਗਰੀਬ ਪਰਵਰ ਸਨ, ਔਰ ਆਪਣਾ ਬਹੁਤ ਅੱਛਾ ਉਹਨਾਂ ਵਕਤ ਗੁਜ਼ਾਰਿਆ ਹੈ। ਔਰ ਡਸਕਾ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ, ਔਰ ਡਸਕੇ ਲੋਕ ਅੱਛੇ ਲੋਕ ਨੂੰ ਯਾਦ ਰੱਖਣਗੇ ਵੀ ਉਹਨਾਂ ਨੂੰ, ਸਰਦਾਰ ਅਮਰ ਸਿੰਘ ਸਾਹਿਬ ਦੀ ਫੈਮਿਲੀ ਨੂੰ। ਇਹ ਗੱਲਬਾਤ ਜਿਹੜੀ ਤੁਸੀਂ ਕਰ ਰਹੇ ਸੀ ਸਾਈ ਸਾਹਿਬ, ਇਹ ਤੇ ਹਰ ਗੱਲ ਵਿੱਚ ਹੰਝੂ ਨੇ, ਹੌਕੇ ਨੇ, ਯਾਦਾਂ, ਔਰ ਤੁਸੀਂ ਉਸ ਗਹਿਰਾਈ 'ਚ ਜਾ ਕੇ ਗੱਲ ਕਰ ਰਹੇ ਹੋ ਕਿ ਸੁਣਨ ਵਾਲਾ ਵੀ ਜੇ ਮਹਿਸੂਸ ਕਰਨ ਵਾਲਾ ਹੋਵੇ ਤਾਂ ਉਹ ਰੋਣ ਤੋਂ ਬਗੈਰ ਰਹਿ ਨਹੀਂ ਸਕਦਾ। ਇਹ ਤੁਹਾਡਾ ਦਰਦ ਆ ਜਿਹੜਾ ਮੇਰੇ ਤੱਕ ਪਹੁੰਚ ਰਿਹਾ, ਬਾਕੀ ਸੁਣਨ ਵਾਲਿਆਂ ਤੱਕ ਵੀ ਪਹੁੰਚੇਗਾ। ਅੱਛਾ, ਇਹਨਾਂ ਤੋਂ ਬਗੈਰ, ਜੈਲਦਾਰਾਂ ਦੀ ਫੈਮਿਲੀ ਤੋਂ ਬਗੈਰ, ਇੱਕ ਜਿਹੜੇ ਮੋਰਾਂ ਵਾਲੀ ਕੋਠੀ ਵਾਲੇ ਸਰਦਾਰ ਸੀਗੇ, ਉਹ ਮੈਂ ਉਹਨਾਂ ਦੀ ਗੱਲ ਸੁਣਾਨਾ।